ਪਹਿਲੀ ਵਾਰ ਰਿਟਨ ਕਲੀਅਰ ਕੀਤਾ ਅਤੇ ਉੱਥੇ ਇੰਟਰਵਿਊ ਦੇਣ ਭੋਪਾਲ ਗਿਆ ਜੀ। ਉੱਥੇ ਆਖਰੀ ਦਿਨ ਉੱਥੇ ਉਹ ਮੇਰਾ ਨਹੀਂ ਕਲੀਅਰ ਹੋ ਪਾਇਆ ਅਤੇ ਫਿਰ ਮੈਨੂੰ ਵਾਪਿਸ ਆਉਣਾ ਪਿਆ। ਬਾਅਦ ਵਿੱਚ ਮੈਂ ਆਪਣੇ 12th ਦੇ ਬੋਰਡ ਤੋਂ ਬਾਅਦ ਫਿਰ ਤੋਂ ਟਰਾਈ ਕੀਤਾ, ਰਿਟਨ ਕਲੀਅਰ ਕੀਤਾ ਅਤੇ ਫਿਰ ਦੂਸਰੀ ਵਾਰ 'ਚ ਮੇਰਾ ਇੰਟਰਵਿਊ ਕਲੀਅਰ ਹੋਇਆ। ਉਸ ਤੋਂ ਬਾਅਦ ਫਿਰ ਮੈਨੂੰ NDA ਟ੍ਰੇਨਿੰਗ ਲਈ ਭੇਜਿਆ ਗਿਆ। ਸਰ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਮੈਂ ਇੰਜੀਨੀਅਰ ਬਣਨਾ ਚਾਹੁੰਦਾ ਹਾਂ, ਜੇਕਰ ਤੁਸੀਂ ਇੰਜੀਨੀਅਰ ਬਣਦੇ ਤਾਂ ਤੁਹਾਡੀ ਸਿਟਿੰਗ ਜੋਬ ਬਣੀ ਸੀ। ਇੱਕ ਸਾਈਡ 'ਤੇ ਸਿਟਿੰਗ ਜੋਬ ਔਰ ਇੱਕ ਸਾਈਡ 'ਤੇ ਲੈਫਟੀਨੈਂਟ ਬਣਨਾ, ਟ੍ਰੇਨਿੰਗ ਕਿੰਨੀ ਕੁ ਟਫ ਰਹੀ ਤੁਹਾਡੇ ਕੋਲ? ਬਿਲਕੁਲ ਜੀ, ਜਿਵੇਂ ਤੁਸੀਂ ਜਾਣਦੇ ਹੋ ਕਿ NDA ਐਗਜ਼ਾਮ ਲਈ ਪੜ੍ਹਨਾ ਬਹੁਤ ਪੈਂਦਾ ਹੈ ਅਤੇ ਮੈਂ ਤਿਆਰੀ ਵੀ ਉਸ ਹਿਸਾਬ ਨਾਲ ਕਰ ਰਿਹਾ ਸੀ। ਗੇਮਸ ਮੈਂ ਖੇਡਣ ਦਾ ਮੇਰਾ ਰੁਝਾਨ ਬਚਪਨ ਤੋਂ ਸੀ, ਮਤਲਬ ਐਕਟਿਵ ਬਾਡੀ ਥੋੜ੍ਹੀ ਰੱਖਣੀ ਪੈਂਦੀ ਸੀ। ਉੱਥੇ ਗਿਆ ਅਤੇ ਸ਼ੁਰੂ 'ਚ ਮੁਸ਼ਕਿਲਾਂ ਤਾਂ ਬਿਲਕੁਲ ਆਉਣਗੀਆਂ ਹੀ। ਪਹਿਲੇ ਸਾਲ ਮੇਰਾ ਕਾਫੀ ਮੁਸ਼ਕਿਲ ਰਿਹਾ, ਮੇਰਾ ਵਜ਼ਨ ਵੀ ਕਾਫੀ ਹੁੰਦਾ ਸੀ, ਉਹਨੂੰ ਮੇਨਟੇਨ ਕਰਨਾ। ਅਤੇ ਪਰ ਜਿੱਦਾਂ ਦਾ ਉੱਥੇ ਤੁਸੀਂ ਲਾਈਫ ਸਟਾਈਲ ਵੇਖੋਗੇ ਉੱਥੇ ਆਰਮੀ ਦਾ ਜਾ ਕੇ, ਉਹ ਇੰਨਾ ਵਧੀਆ ਉੱਥੇ ਤੁਹਾਡਾ ਮਨ ਲੱਗਾ ਰਹਿੰਦਾ ਆ, ਤੁਹਾਡਾ ਇੰਨਾ ਮਜ਼ਾ ਆਉਂਦਾ ਸਾਰੀ ਐਕਟੀਵਿਟੀਜ਼ ਕਰਨ ਦਾ। ਜਿਸ ਦਿਨ ਤੁਹਾਡੇ ਬੱਚੇ ਦਾ NDA ਕਲੀਅਰ ਹੁੰਦਾ ਆ, ਕਿੰਨੀ ਕੁ ਖੁਸ਼ੀ ਹੋਈ? ਕਿ ਪਹਿਲਾ ਰਿਐਕਸ਼ਨ ਕੀ ਸੀ ਤੁਹਾਡਾ? ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਮੈਨੂੰ, ਮੈਂ ਉਹਦਾ ਦੱਸ ਨਹੀਂ ਸਕਦੀ। ਮੈਂ ਉਸੇ ਟਾਈਮ ਪਰਮਾਤਮਾ ਦਾ ਸ਼ੁਕਰਾਨਾ ਕਰਨ ਗਈ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ। ਤੁਹਾਨੂੰ ਦੱਸਿਆ ਕਿੰਨੇ? ਇਹਨੇ ਫੋਨ ਕਰਕੇ ਸਭ ਤੋਂ ਪਹਿਲਾਂ ਮੈਨੂੰ ਦੱਸਿਆ ਸੀਗਾ ਬੇਟੇ ਨੇ। ਅਤੇ ਹੁਣ ਤੁਹਾਡਾ ਸੁਪਨਾ ਕੀ, ਨੂੰਹ ਕਿਸ ਤਰ੍ਹਾਂ ਦੀ ਲਿਆਉਣੀ? ਕਿਉਂਕਿ ਬੇਟੇ ਨੇ ਗੱਲ ਜਿਹੜੀ ਤੁਹਾਡੇ 'ਤੇ ਛੱਡਤੀ ਹੈ। ਅਜੇ ਤੇ ਜੀ ਵੈਸੇ ਬਹੁਤ ਛੋਟਾ ਹੈ, 23 ਸਾਲ ਦਾ ਹੈ ਅਜੇ। ਆਪਾਂ 2-4 ਸਾਲ ਮਾਵਾਂ ਖਾਬ ਤਾਂ ਜਦੋਂ ਬੇਟਾ ਹੁੰਦਾ ਨਾ ਤਾਂ ਮਾਵਾਂ ਖਾਬ ਉਹਦੇ ਵੇਖਣੇ ਸ਼ੁਰੂ ਕਰ ਦਿੰਦੀਆਂ। ਹਾਂਜੀ ਬਿਲਕੁਲ, ਮੇਰਾ ਵੀ ਖਾਬ ਹੈ, ਮਤਲਬ ਕੋਈ ਬਹੁਤ ਨੋ ਹੋਵੇ ਵਧੀਆ ਜੀ। ਮੈਂ ਧੀਆਂ ਵਾਂਗ ਬਣਾ ਕੇ ਜਿਹਨੂੰ ਰੱਖਾਂ, ਪੜ੍ਹੀ ਲਿਖੀ ਹੋਵੇ ਅਤੇ ਮਤਲਬ ਬੇਟੇ ਨੇ ਕਿਹਾ ਕਿ ਥੋੜ੍ਹੀ ਪੜ੍ਹੀ ਹੋਵੇ ਤਾਂ ਤੁਸੀਂ ਕਿਹਾ ਪੜ੍ਹੀ ਲਿਖੀ ਹੋਵੇ? ਹਾਂ ਨਹੀਂ, ਬਹੁਤ ਪੜ੍ਹੀ ਲਿਖੀ ਹੋਵੇ। ਤਾਂ ਕਿਸ ਤਰ੍ਹਾਂ ਕੀ ਆਉਣ ਵਾਲਾ ਸਮਾਂ ਜਿਹੜਾ ਕੀ ਦੇਖਦੇ ਹੋ? ਜਿਸ ਤਰ੍ਹਾਂ ਮੈਂ ਤੁਹਾਡੇ ਉਹਨਾਂ ਦੇ ਮਦਰ ਕੋਲ ਵੀ ਪੁੱਛ ਚੁੱਕਾ, ਭਾਬੀ ਕਿਸ ਤਰ੍ਹਾਂ ਦੀ ਚਾਹੁੰਦੇ ਹੋ ਤੁਸੀਂ? ਮੈਂ ਚਾਹੁੰਦੀ ਹਾਂ ਸਾਡੀ ਭਾਬੀ ਬੜੀ ਸਟਾਈਲਿਸ਼ ਜੀ ਹੋਵੇ ਜਿੱਦਾਂ, ਅਤੇ ਅਸੀਂ ਕਿਉਂਕਿ ਵੀਰੇ ਦੀ ਪੋਸਟਿੰਗ ਵੱਖਰੀ ਜਗ੍ਹਾ ਹੋਇਆ ਕਰਨੀ ਆ, ਤਾਂ ਅਸੀਂ ਘੁੰਮਣਾ ਚਾਹੁੰਦੇ ਹਾਂ ਅਤੇ ਸਾਡੀ ਭਾਬੀ ਪੂਰੀ ਚਿੱਲ ਹੋਵੇ, ਸਾਡੇ ਨਾਲ ਘੁੰਮੇ ਫਿਰੇ, ਸ਼ਾਪਿੰਗ ਕਰੇ। ਅਤੇ ਮੈਂ ਇਹੀ ਬਸ ਚਾਹੁੰਦੀ ਹਾਂ, ਅਤੇ ਜਿੱਦਾਂ ਵੀ ਹੋਵੇ ਸਾਨੂੰ ਸਾਰੇ ਪਰਿਵਾਰ ਨੂੰ ਜੋੜ ਕੇ ਰੱਖੇ। ਬਾਪੂ ਜੀ, ਜਦ ਪਹਿਲੀ ਵਾਰੀ ਪਤਾ ਲੱਗਾ ਤੁਹਾਨੂੰ ਕਿ ਤੁਹਾਡਾ ਪੋਤਰਾ ਜਿਹੜਾ ਉਹ ਲੈਫਟੀਨੈਂਟ ਬਣ ਗਿਆ, ਤੇ ਕਿੰਨਾ ਕੁ ਚਾਅ ਚੜਿਆ? ਵੇਖੋ ਜੀ, ਮੈਂ ਪਿੰਡ ਦੇ ਵਿੱਚ 18 ਘਰਾਂ 'ਚ ਇਹ ਲੱਡੂ ਘੁਲਾਏ ਸੀ। ਜਦੋਂ ਪਤਾ ਲੱਗਾ ਬਈ ਮੈਨੂੰ ਪਤਾ ਲੱਗਾ ਇਹ ਸਾਰਾ, ਅਤੇ ਇਹ 18 ਡੱਬੇ ਮੰਗਵਾ ਕੇ ਅਤੇ ਸਾਰੇ ਦਿੱਤੇ। ਅਤੇ ਇਹ ਖੁਸ਼ੀ ਦੀ ਗੱਲ ਸੀ ਤੇ ਸਾਰੇ ਹੋਏ ਨਾ। ਫਿਰ ਕੋਈ ਗੁਰਦੁਆਰਾ ਨਹੀਂ ਛੱਡਿਆ ਜਿਹੜਾ ਸੁੱਖਿਆ ਨਹੀਂ ਆਈ, ਜਾ ਕੇ ਉੱਥੇ ਮੱਥਾ ਨਹੀਂ ਟੇਕਿਆ। ਹਾਂ, ਤਰਫ ਤਾਂ ਲੋਕ ਵਿਦੇਸ਼ਾਂ ਨੂੰ ਕੂਚ ਕਰ ਰਹੇ ਨੇ, ਪਰ ਜੇਕਰ ਗੱਲ ਕੀਤੀ ਜਾਵੇ ਸਰਹੱਦੀ ਤਹਿਸੀਲ ਅਜਨਾਲਾ ਦੇ ਨਜ਼ਦੀਕ ਲੱਗਦੇ ਪਿੰਡ ਮੱਲੂ ਨੰਗਲ ਦੀ, ਤਾਂ ਉੱਥੇ ਇੱਕ ਛੋਟੀ ਉਮਰ ਦੇ ਲੜਕੇ ਨੇ ਇੱਕ ਬਹੁਤ ਵੱਡੀ ਮੱਲ ਮਾਰੀ ਹੈ। ਜੀ ਹਾਂ, ਸਾਡੇ ਨਾਲ ਮੌਜੂਦ ਨੇ ਬਿਲਾਵਲ ਸਿੰਘ ਜੀ, ਜਿਹੜੇ ਕਿ NDA ਦਾ ਟੈਸਟ ਪਾਸ ਕਰਕੇ ਲੈਫਟੀਨੈਂਟ ਬਣ ਚੁੱਕੇ ਨੇ। ਗੱਲਬਾਤ ਕਰਦੇ ਹਾਂ। ਹਾਂਜੀ ਸਰ, ਪਹਿਲਾਂ ਤਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ। ਥੈਂਕ ਯੂ ਭਾਅ ਜੀ, ਬਹੁਤ ਬਹੁਤ ਤੁਹਾਡੇ ਚੈਨਲ ਦਾ ਮੈਨੂੰ ਇਸ ਮੌਕਾ ਦੇਣ ਦਾ। ਤਾਂ ਭਾਅ ਜੀ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਲੋਕਾਂ ਦਾ ਰੁਝਾਨ ਜਿਹੜਾ ਆ ਵਿਦੇਸ਼ਾਂ ਵੱਲ ਹੀ ਆ, ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਕੱਲ੍ਹ ਜਿਹੜਾ ਪੰਜਾਬ ਦਾ ਯੂਥ ਹੈ ਉਹ ਇਹ ਸੋਚਦਾ ਕਿ +2 ਕਰੋ ਔਰ IELTS ਕਰੋ ਔਰ ਮੂਵ ਹੋ ਜਾਓ, ਚਾਹੇ ਯੂਰਪ ਜਾਓ, ਚਾਹੇ ਆਸਟ੍ਰੇਲੀਆ, ਕੈਨੇਡਾ, ਕਿਸੇ ਵੀ ਕੰਟਰੀ ਦੇ ਵਿੱਚ ਚਲੇ ਜਾਓ। ਇੱਕ ਟਾਰਗੇਟ ਇਹ ਰਹਿ ਗਿਆ। ਪਹਿਲਾਂ ਲੋਕ +2 ਤੋਂ ਬਾਅਦ ਗ੍ਰੈਜੂਏਸ਼ਨ ਦੀ, ਪੋਸਟ ਗ੍ਰੈਜੂਏਸ਼ਨ ਦੇ ਬਾਰੇ ਸੋਚਦੇ ਹੁੰਦੇ ਸੀ, ਕਿਸੇ ਇੰਜੀਨੀਅਰਿੰਗ ਬਾਰੇ ਸੋਚਦੇ ਹੁੰਦੇ ਸੀ। ਹੁਣ ਲੋਕ ਵਿਦੇਸ਼ਾਂ ਵੱਲ ਕੂਚ ਕਰ ਰਹੇ ਨੇ। ਪਰ ਤੁਹਾਡੇ ਮਨ ਦੇ ਵਿੱਚ ਇਹ ਕਿਸ ਤਰ੍ਹਾਂ ਖਿਆਲ ਆਇਆ ਕਿ ਮੈਂ ਇੱਥੇ ਹੀ ਰਹਿ ਕੇ ਕੋਈ ਟੈਸਟ ਕਲੀਅਰ ਕਰਾਂ, ਕੋਈ ਆਫਿਸਰ ਬਣਾ? ਵੇਖੋ ਵੀਰ ਜੀ, ਸ਼ੁਰੂ ਤੋਂ ਮੈਂ ਜੋ ਇੱਥੇ ਵੇਖਿਆ ਕਿ ਲੋਕ ਜੋ ਪੁਰਾਣੇ ਆਪਣੇ ਗਏ ਸੀ, ਉਹਨਾਂ ਨੇ ਉੱਥੇ ਮਿਹਨਤ ਕੀਤੀ ਅਤੇ ਇੱਥੇ ਆ ਕੇ ਉਹ ਵਿਖਾਉਂਦੇ ਸੀ ਆਪਣਾ ਕਿ ਅਸੀਂ ਮਿਹਨਤ ਕੀਤੀ ਆ, ਅਤੇ ਇੱਥੇ ਆ ਕੇ ਖੁੱਲ੍ਹ ਕੇ ਆਪਣੀ ਜ਼ਿੰਦਗੀ ਜੀਂਦੇ ਸੀ। ਉਹ ਚੀਜ਼ ਉਹ ਬੱਚਿਆਂ ਨੂੰ ਅਟਰੈਕਟ ਕਰਦੀ ਸੀ। ਉਹ ਅਟਰੈਕਸ਼ਨ 'ਚ ਉਹ ਇਹ ਚੀਜ਼ ਭੁੱਲ ਗਏ ਕਿ ਉੱਥੇ ਮਿਹਨਤ ਕਿੰਨੀ ਕਰਨੀ ਪੈਂਦੀ ਹੈ, ਜੋ ਕੁਛ ਹੁਣ ਉਹ ਸਮਝਣ ਵੀ ਡਏ ਨੇ। ਅਤੇ ਬਾਕੀ ਗੱਲ ਹੈਗੀ ਹੈ ਆਪਣੀ ਸੁਸਾਇਟੀ ਦੀ ਵੀ ਜਿਹੜੀ ਚੇਂਜ ਹੈ, ਜਿੰਨੇ ਹਾਲਾਤ ਥੋੜ੍ਹੇ ਬੇਰੁਜ਼ਗਾਰੀ ਸਰਕਾਰ ਦੀ ਨੀਤੀਆਂ ਕਰਕੇ, ਅਤੇ ਜੋ ਨਸ਼ਿਆਂ ਦਾ ਮਾਹੌਲ ਚੱਲ ਰਿਹਾ, ਉਸ ਕਰਕੇ ਲੋਕ ਵੀ ਪਹਿਲ ਦਿੰਦੇ ਆ ਕਿ ਬਾਹਰ ਭੇਜਿਆ ਜਾਵੇ। ਅਤੇ ਇਸ ਚੀਜ਼ ਦਾ ਫਾਇਦਾ ਆਪਣਾ ਦੂਸਰੀ ਸਟੇਟ ਦੇ ਲੋਕ ਬਹੁਤ ਉਠਾ ਰਹੇ ਨੇ। ਹਰਿਆਣਾ ਦੇ ਉੱਥੇ ਅੱਜ ਕੱਲ੍ਹ ਤੁਸੀਂ ਸਟੂਡੈਂਟ ਵੇਖ ਲਓ, ਬਿਹਾਰ, UP ਦੇ,
ਉਹ ਜਿਹੜੀ ਸਰਕਾਰੀ ਨੌਕਰੀਆਂ ਜਿਹੜੀਆਂ ਪੰਜਾਬ ਦੀਆਂ ਹੁੰਦੀਆਂ ਸੀ, ਉੱਥੇ ਸਾਰੇ ਅੱਜ ਦੂਸਰੀ ਸਟੇਟਾਂ ਦੇ ਆ ਕੇ ਬੈਠੇ ਹੋਏ ਨੇ। ਇਸ ਚੀਜ਼ ਦਾ ਬਹੁਤ ਧਿਆਨ ਦੇਣ ਦੀ ਲੋੜ ਹੈ ਜੀ ਮੇਰੇ ਨਾਲ। ਤਾਂ ਕੀ ਬਚਪਨ ਤੋਂ ਹੀ ਤੁਸੀਂ ਇਹ ਚੀਜ਼ ਸੋਚ ਕੇ ਚੱਲੇ ਸੀ ਕਿ ਮੈਂ ਐਨਡੀਏ ਕਲੀਅਰ ਕਰਨੀ ਹੈ, ਜਾਂ ਕੋਈ ਹੋਰ ਵੀ ਸੁਪਨਾ ਸੀ, ਜਾਂ ਇੱਧਰ ਜਾਣਾ ਪਿਆ? ਵੇਖੋ ਜੀ, ਬਚਪਨ ਤੋਂ ਮੇਰਾ ਧਿਆਨ ਇਸ ਵੱਲ ਹੀ ਪੂਰਾ ਸੀ। ਮੇਰੇ ਨਾਨਾ ਜੀ ਰਿਟਾਇਰਡ ਆਰਮੀ ਤੋਂ ਸੀ, ਉਹ ਮੈਨੂੰ ਇੱਥੇ ਨੇੜੇ ਅੰਮ੍ਰਿਤਸਰ ਕੈਂਟ ਲੈ ਕੇ ਜਾਂਦੇ ਹੁੰਦੇ ਸੀ, ਅਤੇ ਉਹ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਸੀ। ਉੱਥੋਂ ਦੀ ਸੁਸਾਇਟੀ, ਜਿਵੇਂ ਉਹ ਰਹਿੰਦੇ ਨੇ, ਜਿਵੇਂ ਡਿਸਿਪਲਿਨ ਆ ਬਾਹਰ ਅਤੇ ਇੱਥੋਂ ਦੀ ਦੁਨੀਆ 'ਚ ਫ਼ਰਕ ਹੈ ਜਿਹੜਾ ਉਹਨਾਂ ਦਾ। ਅਤੇ ਪਰ ਸਭ ਤੋਂ ਜ਼ਿਆਦਾ ਮੇਰਾ ਮਨ, ਜੇ ਸੱਚ ਕਹਾਂ ਤਾਂ ਇੰਜੀਨੀਅਰਿੰਗ ਵੱਲ ਬਹੁਤ ਹੁੰਦਾ ਸੀ ਜੀ। ਅਤੇ ਮੈਂ ਸੋਚਦਾ ਸਾਂ ਕਿ ਪਹਿਲਾਂ ਇੰਜੀਨੀਅਰਿੰਗ ਦਾ ਟਰਾਈ ਕਰੂੰਗਾ ਅਤੇ ਨਾਲ ਦੇ ਨਾਲ ਇਸ ਬੰਨੇ ਵੀ, ਕਿਉਂਕਿ ਇਹ ਮੈਨੂੰ ਲੱਗਦਾ ਸੀ ਐਨਡੀਏ ਦਾ ਟੈਸਟ ਥੋੜ੍ਹਾ ਟਫ ਹੋਊਗਾ, ਇਸ ਲਈ ਇੰਜੀਨੀਅਰਿੰਗ ਨੂੰ ਮੈਂ ਪਹਿਲਾਂ ਪਹਿਲ ਦਿੰਦਾ ਸੀ ਜੀ। ਅਤੇ ਮੈਂ ਆਪਣੀ 12ਵੀਂ ਕੀਤੀ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਰੋਡ ਤੋਂ ਜੀ। ਆਫਟਰ ਦੈਟ ਮੈਂ ਟਰਾਈ ਕੀਤਾ ਆਪਣੇ ਇੰਜੀਨੀਅਰਿੰਗ ਕਾਲਜਿਸ ਦਾ ਐਂਟਰੈਂਸ ਦੇ ਕੇ ਟਰਾਈ ਕੀਤਾ। ਉਸ ਤੋਂ ਬਾਅਦ ਫਿਰ ਮੈਂ ਆਪਣਾ ਐਨਡੀਏ ਐਗਜ਼ਾਮ ਲਈ ਟਰਾਈ ਕੀਤਾ। ਪਹਿਲੀ ਵਾਰ ਰਿਟਨ ਕਲੀਅਰ ਕੀਤਾ ਅਤੇ ਉੱਥੇ ਇੰਟਰਵਿਊ ਦੇਣ ਭੋਪਾਲ ਗਿਆ ਜੀ। ਅਤੇ ਉੱਥੇ ਆਖਰੀ ਦਿਨ ਉੱਥੇ ਉਹ ਮੇਰਾ ਨਹੀਂ ਕਲੀਅਰ ਹੋ ਪਾਇਆ, ਅਤੇ ਫਿਰ ਮੈਨੂੰ ਵਾਪਿਸ ਆਉਣਾ ਪਿਆ। ਬਾਅਦ ਵਿੱਚ ਮੈਂ ਆਪਣੇ 12th ਦੇ ਬੋਰਡ ਤੋਂ ਬਾਅਦ ਫਿਰ ਤੋਂ ਟਰਾਈ ਕੀਤਾ, ਰਿਟਨ ਕਲੀਅਰ ਕੀਤਾ, ਅਤੇ ਫਿਰ ਦੂਸਰੀ ਵਾਰ 'ਚ ਮੇਰਾ ਇੰਟਰਵਿਊ ਕਲੀਅਰ ਹੋਇਆ। ਉਸ ਤੋਂ ਬਾਅਦ ਫਿਰ ਮੈਨੂੰ ਐਨਡੀਏ ਟ੍ਰੇਨਿੰਗ ਲਈ ਭੇਜਿਆ ਗਿਆ। ਤਾਂ ਸਰ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਮੈਂ ਇੰਜੀਨੀਅਰ ਬਣਨਾ ਚਾਹੁੰਦਾ ਹਾਂ, ਜੇਕਰ ਤੁਸੀਂ ਇੰਜੀਨੀਅਰ ਬਣਦੇ ਤਾਂ ਤੁਹਾਡੀ ਸਿਟਿੰਗ ਜੋਬ ਬਣੀ ਸੀ। ਇੱਕ ਸਾਈਡ 'ਤੇ ਸਿਟਿੰਗ ਜੋਬ ਔਰ ਇੱਕ ਸਾਈਡ 'ਤੇ ਲੈਫਟੀਨੈਂਟ ਬਣਨਾ, ਟ੍ਰੇਨਿੰਗ ਕਿੰਨੀ ਕੁ ਟਫ ਰਹੀ ਤੁਹਾਡੇ ਉੱਥੇ? ਬਿਲਕੁਲ ਜੀ, ਜਿਵੇਂ ਤੁਸੀਂ ਜਾਣਦੇ ਹੋ ਕਿ ਐਨਡੀਏ ਐਗਜ਼ਾਮ ਲਈ ਪੜ੍ਹਨਾ ਬਹੁਤ ਪੈਂਦਾ ਹੈ, ਅਤੇ ਮੈਂ ਤਿਆਰੀ ਵੀ ਉਸ ਹਿਸਾਬ ਨਾਲ ਕਰ ਰਿਹਾ ਸੀ। ਗੇਮਸ ਮੈਂ ਖੇਡਣ ਦਾ ਮੇਰਾ ਰੁਝਾਨ ਬਚਪਨ ਤੋਂ ਸੀ, ਮਤਲਬ ਐਕਟਿਵ ਬਾਡੀ ਥੋੜ੍ਹੀ ਰੱਖਣੀ ਪੈਂਦੀ ਸੀ ਜੀ। ਅਤੇ ਉੱਥੇ ਗਿਆ ਅਤੇ ਸ਼ੁਰੂ 'ਚ ਮੁਸ਼ਕਿਲਾਂ ਤਾਂ ਬਿਲਕੁਲ ਆਉਣਗੀਆਂ ਹੀ। ਪਹਿਲੇ ਸਾਲ ਮੇਰਾ ਕਾਫੀ ਮੁਸ਼ਕਿਲ ਰਿਹਾ, ਮੇਰਾ ਵਜ਼ਨ ਵੀ ਕਾਫੀ ਹੁੰਦਾ ਸੀ, ਉਹਨੂੰ ਮੇਨਟੇਨ ਕਰਨਾ। ਅਤੇ ਪਰ ਜਿੱਦਾਂ ਦਾ ਉੱਥੇ ਤੁਸੀਂ ਲਾਈਫ ਸਟਾਈਲ ਵੇਖੋਗੇ ਉੱਥੇ ਆਰਮੀ ਦਾ ਜਾ ਕੇ, ਉਹ ਇੰਨਾ ਵਧੀਆ ਉੱਥੇ ਤੁਹਾਡਾ ਮਨ ਲੱਗਾ ਰਹਿੰਦਾ ਆ, ਤੁਹਾਡਾ ਇੰਨਾ ਮਜ਼ਾ ਆਉਂਦਾ ਸਾਰੀ ਐਕਟੀਵਿਟੀਜ਼ ਕਰਨ ਦਾ। ਜਿਵੇਂ ਐਨਡੀਏ ਦੇ ਵਿੱਚ ਸਾਡੇ ਵੱਖਰੇ ਵੱਖਰੇ ਫਿਜ਼ੀਕਲ ਐਕਟੀਵਿਟੀਜ਼ ਸੀ, ਫਿਜ਼ੀਕਲ ਟ੍ਰੇਨਿੰਗ, ਸਵਿਮਿੰਗ, ਹਾਰਸ ਰਾਈਡਿੰਗ, ਡਰਿਲ, ਵੈਪਨ ਟ੍ਰੇਨਿੰਗ। ਉਹਦੇ ਨਾਲ ਤੁਹਾਡਾ ਮਨ ਕਰਦਾ ਹੈ ਕਿ ਡੈਸਕ ਜੋਬ ਨਾਲੋਂ ਸਾਨੂੰ ਆਪ ਉੱਠ ਕੇ ਸਭ ਕਰਨ ਵਾਲੇ ਕੰਮ ਜ਼ਿਆਦਾ ਵਧੀਆ ਨੇ। ਇਸ ਚੀਜ਼ ਤੋਂ ਕਾਫੀ ਮੋਟੀਵੇਸ਼ਨ ਮਿਲਦੀ ਹੈ ਜੀ। ਤਾਂ ਜਿਸ ਤਰ੍ਹਾਂ ਕਿ 20 ਸਾਲ ਤੋਂ ਬਾਅਦ ਅਸੀਂ ਪ੍ਰੀ ਮੈਚਿਓਰ ਲੈ ਲੈਂਦੇ ਹਾਂ, ਤਾਂ ਤੁਸੀਂ ਕੀ 20 ਸਾਲ ਜੋਬ ਕਰੋਗੇ, ਜਾਂ ਜਿੰਨੀ ਗੌਰਮੈਂਟ ਵੱਲੋਂ ਜੇ 58 ਈਅਰਸ ਦੇ ਵਿੱਚ ਅਸੀਂ ਜਿਹੜਾ ਰਿਟਾਇਰਡ ਹੁੰਦੇ ਆ ਕਿ 58 ਈਅਰਸ ਤੱਕ ਹੀ ਜਾਓਗੇ? ਵੇਖੋ ਜੀ, ਇਹ ਤਾਂ ਆਪਣੀ ਸੇਵਾ ਹੈ ਜੀ ਦੇਸ਼ ਨੂੰ। ਇਹ ਜਿੰਨਾ ਸਰਕਾਰ ਮੈਨੂੰ ਅਲਾਓ ਕਰੂਗੀ ਜੀ, ਮੈਂ ਉਹਨਾਂ ਤੱਕ ਪੂਰਾ ਕਰੂੰਗਾ। 20 ਸਾਲ ਦਾ ਇੱਦਾਂ ਦਾ ਕੁਛ ਨਹੀਂ ਹੈਗਾ ਜੀ। ਆਪਣੇ ਲੋ ਜਿੰਨੀ 58 ਦੀ ਅਜੇ ਏਜ ਲਿਮਿਟ ਹੈ ਜੀ, ਉੱਥੋਂ ਤੱਕ ਮੈਂ ਟਰਾਈ ਕਰੂੰਗਾ ਜੀ ਪੂਰਾ। ਤਾਂ ਤੁਹਾਡੇ ਟੈਸਟ ਕਲੀਅਰ ਕਰਨ ਦੇ ਵਿੱਚ ਕਿਹਦਾ ਯੋਗਦਾਨ ਹੈ? ਟੈਸਟ ਕਲੀਅਰ ਕਰਨ ਦਾ ਜੀ ਸਭ ਤੋਂ ਵੱਡਾ ਤਾਂ ਮੇਰੇ ਪਰਿਵਾਰ ਦਾ ਯੋਗਦਾਨ ਹੈ ਜੀ, ਜਿਹੜਾ ਹਰ ਚੀਜ਼ 'ਚ ਮੈਨੂੰ ਸਪੋਰਟ ਕਰਦੇ ਰਹੇ ਆ। ਮੈਂ ਸੋਚਦਾ ਕਿ ਇੱਦਾਂ 12ਵੀਂ ਦੇ ਵਿੱਚ ਮੈਂ ਕੋਟਾ ਮੈਨੂੰ ਭੇਜਣ ਦਾ ਫੈਸਲਾ ਪੂਰਾ ਮੇਰੇ ਪਰਿਵਾਰ ਨੇ ਮੇਰਾ ਸਪੋਰਟ ਕੀਤਾ। ਮੇਰੇ ਮਦਰ ਜਿਹੜੇ ਮੈਨੂੰ ਦੂਰ ਨਹੀਂ ਸੀ ਭੇਜਣਾ ਚਾਹੁੰਦੇ, ਉਹਨਾਂ ਨੇ ਵੀ ਇੱਕ ਡਿਸੀਜਨ ਲਿਆ ਕਿ ਤੂੰ ਬਾਹਰ ਜਾ, ਆਪਣੀ ਕੋਸ਼ਿਸ਼ ਕਰ ਜੋ ਕਰਨਾ ਚਾਹੁੰਦਾ ਹੈ। ਅਤੇ ਇਸ ਵਿੱਚ ਮੈਂ ਬਹੁਤ ਜ਼ਿਆਦਾ ਆਪਣੇ ਪਰਿਵਾਰ ਦਾ ਸਹਿਯੋਗ ਕਹੂੰਗਾ। ਮੇਰੇ ਦਾਦਾ ਜੀ, ਮੇਰੇ ਚਾਚਾ ਜੀ, ਦਾਦੀ ਜੀ, ਮੇਰੇ ਭੂਆ ਜੀ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਨੇ, ਉਹਨਾਂ ਨੇ ਬਹੁਤ ਸਪੋਰਟ ਦਿੱਤਾ। ਅਤੇ ਨਾਲ ਨਾਲ ਮੇਰੇ ਦੋਸਤ ਹੈ ਜਿਹੜੇ ਇੱਥੇ ਹੁਣ ਸਾਰੇ ਖੁਦ ਭਾਵੇਂ ਵਿਦੇਸ਼ ਬੈਠੇ ਨੇ, ਕੁਛ ਇੱਥੇ ਵੀ ਨੇ, ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਸਾਥ ਸੀ, ਉਹਨੇ ਬਹੁਤ ਸਹਾਇਤਾ ਕੀਤੀ ਇਸ ਚੀਜ਼ ਦੀ। ਜਿਸ ਤਰ੍ਹਾਂ ਗੱਲ ਅਸੀਂ ਕਰ ਰਹੇ ਹਾਂ ਵਿਦੇਸ਼ ਜਾਣ ਦੀ, ਤਾਂ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਦ +2 ਤੋਂ ਬਾਅਦ ਯੂਥ ਬਾਹਰ ਜਾਂਦਾ ਹੈ ਨਾ, ਤਾਂ ਫਿਰ ਸਾਡਾ ਵੀ ਦਿਲ ਕਰਦਾ ਕਿਉਂਕਿ ਜਾ ਕੇ ਉੱਧਰੋਂ ਲਗਜ਼ਰੀ ਲਾਈਫ ਜੀਣ ਦੇ, ਔਰ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਫੋਟੋਜ਼ ਵੀ ਆਪਣੀਆਂ ਪਾਉਂਦੇ ਨੇ, ਔਰ ਉਹਦੇ ਵਿੱਚ ਉਹਨਾਂ ਨੇ ਬ੍ਰਾਂਡ ਕੱਪੜੇ ਪਾਏ ਹੁੰਦੇ ਆ, ਜਾਂ ਬੈਕਗਰਾਊਂਡ ਜਿਹੜੀ ਆ ਬੜੀ ਵਧੀਆ ਅੱਛੀਆਂ ਲੋਕੇਸ਼ਨਸ ਹੁੰਦੀਆਂ, ਉਹਨਾਂ ਨੂੰ ਵੇਖ ਕੇ ਯੂਥ ਅਟਰੈਕਟ ਹੁੰਦਾ ਆ। ਅਤੇ ਤੁਹਾਡੇ ਮਨ ਦੇ ਵਿੱਚ ਕੁਛ ਇਸ ਤਰ੍ਹਾਂ ਦਾ ਨਹੀਂ ਆਇਆ? ਜੀ, ਮਨ 'ਚ ਬਿਲਕੁਲ ਆਉਂਦਾ। ਮੇਰੇ ਸਾਰੇ ਦੋਸਤ ਹੀ ਜਿਵੇਂ ਉੱਥੇ ਸਾਰੇ ਹੈਗੇ ਨੇ, ਵੇਖਣ 'ਚ ਵਧੀਆ ਵੀ ਲੱਗਦਾ, ਪਰ ਇੱਕ ਰਿਐਲਿਟੀ ਜਿਹੜੀ ਉੱਥੋਂ ਦੀ ਯਾਦ ਰਹਿੰਦੀ ਆ। ਇੱਕ ਤਾਂ ਤੁਸੀਂ ਆਪਣੇ ਦੇਸ਼ ਤੋਂ ਦੂਰ ਚਲੇ ਗਏ ਜੇ, ਇੱਕ ਵਾਰ ਉੱਥੇ ਜਿਹੜੇ ਚਲੇ ਗਏ ਉੱਥੇ ਪੱਕੇ ਹੋਣਗੇ, PR ਲੈਣਗੇ, ਉਹ ਵਾਪਸ ਇੱਥੇ ਨਹੀਂ ਆਉਣਗੇ। ਅਤੇ ਦੂਜਾ, ਉੱਥੋਂ ਦੇ ਜਿਹੜਾ ਲਾਈਫ ਸਟਾਈਲ ਚੇਂਜ ਹੁੰਦਾ ਆ, ਉਹ ਕੁਛ ਹੱਦ ਤੱਕ ਵਧੀਆ ਵੀ ਆ, ਪਰ ਉਹ ਤੁਸੀਂ ਇੱਥੇ ਵੀ ਜੀ ਸਕਦੇ ਜੇ। ਅਤੇ ਬਾਹਰ ਜਿਹੜਾ ਹੈਗਾ ਵਧੀਆ, ਤੁਸੀਂ ਦੱਸਣ ਦੇ ਜੇ ਲੋਕੇਸ਼ਨ ਲੈਂਡਸਕੇਪ ਉੱਥੇ ਆਉਂਦੇ ਆ, ਉਹ ਆਪਣੇ ਦੇਸ਼ ਵਿੱਚ ਵੀ ਹੈਗੇ ਜੇ।
ਪਰ ਆਪਾਂ ਇੱਥੇ ਮੰਨਦੇ ਨਹੀਂ ਆ ਵੀ ਉਹ ਬਾਹਰ ਕੈਨੇਡਾ ਹੈ, ਉੱਥੇ ਇੰਗਲਿਸ਼ ਜਾ ਕੇ ਆਪਾਂ ਸਭ ਵਧੀਆ ਹੋਊਗਾ, ਇੱਕ ਕੱਪੜੇ ਵਧੀਆ ਪਾਉਂਦੇ ਆ, ਵਧੀਆ ਦਿਖਦੇ ਆ। ਉਸ ਚੀਜ਼ ਸਾਡੇ ਉਹ ਦਿਮਾਗ ਵਿੱਚ ਬੈਠ ਗਈ ਆ ਅਤੇ ਉਹ ਚੀਜ਼ ਮੈਨੂੰ ਅਸਲੀਅਤ ਪਤਾ ਹੈ, ਅਤੇ ਇਸ ਕਰਕੇ ਮੇਰਾ ਇੰਨਾ ਧਿਆਨ ਨਹੀਂ ਰਹਿੰਦਾ ਉੱਧਰ। ਕੀ ਟਾਰਗੇਟ ਰਹੇਗਾ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜੇਕਰ ਤੁਸੀਂ ਇੰਜੀਨੀਅਰ ਬਣਦੇ ਤਾਂ ਹੁੰਦਾ ਕਿ ਮੈਂ ਇੱਕ ਲੜਕੀ ਜਿਹੜੀ ਆ ਉਹ ਇੰਜੀਨੀਅਰ ਲਵਾਂ, ਤਾਂ ਹੁਣ ਤੁਸੀਂ NDA ਕਲੀਅਰ ਕਰ ਲਿਆ, ਤਾਂ ਮੈਰਿਜ ਦਾ ਕੀ ਵਿਚਾਰ ਰਹੇਗਾ? ਮੈਰਿਜ 'ਤੇ ਜੀ ਘਰ ਵਾਲੇ ਡਿਸਾਈਡ ਕਰਨਗੇ, ਇਸ ਬੰਦੇ ਜੀ ਮੈਂ ਕੁਛ ਨਹੀਂ ਕਹਿ ਸਕਦਾ। ਨਹੀਂ, ਤੁਸੀਂ ਡਿਸੀਜਨ ਲੈ ਸਕਦੇ ਹੋ ਕਿਉਂਕਿ ਹੁਣ ਤੁਸੀਂ ਖੁਦ ਆਪਣੇ ਪੈਰਾਂ 'ਤੇ ਸਟੈਂਡ ਹੋ ਚੁੱਕੇ ਹੋ। ਹਾਂਜੀ ਹਾਂਜੀ, ਫਿਲਹਾਲ ਤਾਂ ਜੀ ਅਜੇ ਮੇਰੀ ਕਿਉਂਕਿ ਉਮਰ ਚੁਆਇਸ ਵੀ ਚੇਂਜ ਹੁੰਦੀ ਆ। ਟੀਚਰ ਕਹਿੰਦਾ ਕਿ ਮੈਂ ਜਿਹੜੀ ਟੀਚਿੰਗ ਲਾਈਨ 'ਚ ਹੈਗੀ ਲੜਕੀ ਉਹ ਲਵਾਂ, ਇੰਜੀਨੀਅਰ IPS PCS ਕੋਈ ਵੀ ਆ ਹੈ ਨਾ, ਉਹ ਆਪਣੀ ਲਾਈਨ ਦੀ ਜੇ ਡਾਕਟਰ ਹੈ ਉਹ ਕਹਿੰਦਾ ਕਿ ਮੈਨੂੰ ਡਾਕਟਰ ਮਿਲੇ, ਤਾਂ ਤੁਹਾਡੀ ਹੁਣ ਕੀ ਚੁਆਇਸ ਰਹੇਗੀ? ਮੇਰੀ ਚੋਇਸ ਜੀ ਇੱਦਾਂ ਦੀ ਕੋਈ ਬਣਾਈ ਨਹੀਂ ਹੋਊਗੀ ਵੀ ਉਹ ਘਰੇ ਰਿਹਾ ਕਰੇ, ਵਰਕਿੰਗ ਹੋਵੇ ਤੇ ਹੋਰ ਵਧੀਆ ਆ, ਪੜ੍ਹੀ ਲਿਖੀ ਥੋੜ੍ਹੀ ਹੋਵੇ ਅਤੇ ਥੋੜੀ ਬੜੀ ਲਿਖੀ ਹੋਵੇ, ਮਤਲਬ ਪੜ੍ਹੀ ਲਿਖੀ ਹੋਵੇ, ਤੁਸੀਂ ਲਾ ਲਓ ਗ੍ਰੈਜੂਏਸ਼ਨ ਦਿੰਦਾ ਇੰਨੀ ਮਿਨੀਮਮ, ਹਾਂਜੀ ਇੰਨੀ ਤੇ ਹੋਵੇ ਕਿ ਸਮਝ ਸਕੇ ਥੋੜ੍ਹਾ। ਹੁਣ ਮੇਰੀ ਜੌਬ ਨੂੰ ਵੀ ਸਮਝ ਸਕੇ ਕਿ ਜਿੱਦਾਂ ਹੁਣ ਮੈਂ ਰਹਿਣਾ ਇੱਥੇ 3-3 4-4 ਸਾਲ ਬਾਅਦ ਇੱਕ ਜਗ੍ਹਾ ਦੂਜੀ ਜਗ੍ਹਾ ਮੂਵ ਕਰਨਾ ਹੈ, ਉਹ ਚੀਜ਼ਾਂ ਉਹ ਸਾਰੀ ਸਮਝ ਸਕੇ, ਤਾਂ ਉਹ ਕੋਈ ਪੜ੍ਹੀ ਲਿਖੀ ਲੜਕੀ ਸਮਝ ਸਕਦੀ ਹੈ ਜੀ। ਅਤੇ ਬਾਕੀ ਮਦਰ ਡਿਸਾਈਡ ਕਰਨਗੇ ਜੀ ਇਸ ਵਾਰ, ਕਾਫੀ ਮੈਂ ਇੰਨਾ ਧਿਆਨ ਨਹੀਂ ਦਊਂਗਾ ਜੀ, ਅਜੇ ਉਮਰ ਨਹੀਂ ਮੇਰੀ ਉਨੀ। ਅਤੇ ਤਾਂ ਕੀ ਉੱਥੇ ਅਸੀਂ ਫੈਮਿਲੀ ਆਪਣੀ ਖੜ ਸਕਦੇ ਹਾਂ? ਹਾਂਜੀ ਜੀ, ਮੈਨੂੰ ਜਿਹੜੀ ਆਪਣੀ ਚੋਇਸ ਦੀ ਸਰਵਿਸ ਮਿਲੀ ਆ ਜੀ, ਆਰਮਡ ਕੋਰਪਸ ਹੈ ਜੀ, ਇਹ ਟੈਂਕਸ ਆ, ਉਹ ਤੁਸੀਂ ਹਿਸਾਬ ਲਗਾ ਲਓ ਵੀ ਪਹਾੜਾਂ 'ਚ ਜ਼ਿਆਦਾ ਜਾ ਨਹੀਂ ਸਕਦੇ। ਇੱਥੇ ਉਹ ਰਹਿਣਗੇ ਪੰਜਾਬ, ਰਾਜਸਥਾਨ ਜਾਂ ਗੁਜਰਾਤ ਵਿੱਚ, ਉੱਥੇ ਆਪਾਂ ਫੈਮਿਲੀ ਰੱਖ ਸਕਦੇ ਹਾਂ। ਮੁਸ਼ਕਿਲ ਆਉਂਦੀ ਹੈ ਜਿਹੜੇ ਇਨਫੈਂਟਰੀ ਵਿੱਚ ਜਾਂ ਦੂਜੇ ਆਰਮਸ 'ਚ ਜਾਂਦੇ ਆ, ਪਹਾੜਾਂ 'ਚ ਜਾਂ ਉਹ ਖਤਰਨਾਕ ਇਲਾਕਿਆਂ 'ਚ ਉੱਥੇ ਫੈਮਿਲੀ ਨਹੀਂ ਰੱਖ ਸਕਦੇ। ਅਤੇ ਇਸ ਚੀਜ਼ ਦਾ ਮੈਂ ਬੜਾ ਰੱਬ ਨੂੰ ਸ਼ੁਕਰਾਨਾ ਕਰਦਾ ਕਿ ਮੈਨੂੰ ਉਸ ਤਰ੍ਹਾਂ ਦੀ ਮਿਲੀ ਹੈ ਕਿ ਮੇਰੇ ਨਾਲ ਫੈਮਿਲੀ ਵੀ ਰਹਿ ਸਕਦੀ ਹੈ ਅਤੇ ਮੈਂ ਨਾਲ ਦੇਸ਼ ਦੀ ਸੇਵਾ ਵੀ ਕਰ ਸਕਦਾ ਜੀ। ਤਾਂ ਹੁਣ ਤੁਹਾਡੀ ਪੋਸਟਿੰਗ ਕਿੱਥੇ ਆ? ਮੇਰੀ ਪੋਸਟਿੰਗ ਇਹ ਵੇਲੇ ਗੁਜਰਾਤ ਵਿੱਚ ਹੈ ਜੀ, ਅਤੇ ਉੱਥੇ ਹੁਣੇ ਆਈ ਹੈ ਅਤੇ ਮੈਂ ਐਟਲੀਸਟ 3-4 ਸਾਲ ਉੱਥੇ ਰਹੂੰਗਾ ਜੀ। ਤਾਂ ਕੀ ਜੋ ਅੱਜ ਦਾ ਯੂਥ ਆ, ਇੱਕ ਤਾਂ ਨਸ਼ਿਆਂ ਵੱਲ ਜ਼ਿਆਦਾ ਅਟਰੈਕਟ ਹੋ ਰਿਹਾ, ਔਰ ਫੋਰਨ ਦਾ ਤਾਂ ਅਸੀਂ ਆਲਰੇਡੀ ਗੱਲ ਕਰ ਚੁੱਕੇ ਹਾਂ, ਕੀ ਮੈਸੇਜ ਦੇਣਾ ਚਾਹੋਗੇ? ਮੈਂ ਮੈਸੇਜ ਆਪਣੇ ਯੂਥ ਨੂੰ ਇਹੋ ਦੇਣਾ ਚਾਹੂੰਗਾ ਕਿ ਅੱਜ ਕੱਲ੍ਹ ਵੇਖਾ ਵਿਖਾਈ ਦਾ ਜੋ ਚੱਲਣ ਡਿਆ ਮਾਹੌਲ, ਉਹ ਤੋਂ ਹਟ ਕੇ ਥੋੜ੍ਹਾ ਵੇਖਿਆ ਜਾਵੇ ਅਸਲੀਅਤ ਕੀ ਆ ਹਰ ਚੀਜ਼ ਦੀ। ਮੌਕੇ ਆਪਣੇ ਦੇਸ਼ ਵਿੱਚ ਵੀ ਹੈਗੇ ਆ, ਕਿਉਂਕਿ ਅੱਜ ਤੱਕ ਚੱਲਦਾ ਰਿਹਾ ਹੈ। ਹੁਣ ਵੇਖਾ ਵਿਖਾਈ 'ਚ ਜੇ ਚੱਲਣ ਡਿਆ, ਉਹ ਸੋਚਦੇ ਆ ਕਿ ਮਿਹਨਤ ਘੱਟ ਕਰਨੀ ਪਊਗੀ ਅਤੇ ਜ਼ਿੰਦਗੀ ਵਧੀਆ ਮਿਲ ਜੂਗੀ, ਪਰ ਉੱਥੇ ਉਹਨਾਂ ਨੂੰ ਪਹੁੰਚ ਕੇ ਪਤਾ ਲੱਗਦਾ ਹੈ ਵੀ ਮਿਹਨਤ ਹਰ ਜਗ੍ਹਾ ਪੂਰੀ ਕਰਨੀ ਪੈਂਦੀ ਆ, ਅਤੇ ਜੇ ਉਹ ਮਿਹਨਤ ਇੱਥੇ ਕਰਨ ਤਾਂ ਇੱਥੇ ਉਹਨਾਂ ਦਾ ਫਿਊਚਰ ਇਹ ਤੋਂ ਵੀ ਵਧੀਆ ਹੋ ਸਕਦਾ ਹੈ। ਸਾਨੂੰ ਪਤਾ ਨਹੀਂ ਹੈ ਕਿ ਇੱਥੇ ਕੀ ਕੁਛ ਅਵੇਲੇਬਲ ਹੈਗਾ ਆ, ਜਿਵੇਂ ਆ ਕਿੰਨੇ ਟੈਸਟ ਓਪਰਚੁਨਿਟੀਜ਼ ਹੁੰਦੀਆਂ, ਉਹ ਇੱਥੋਂ ਅੱਜ ਕੱਲ੍ਹ ਦੇ ਯੂਥ ਨੂੰ ਨਹੀਂ ਪਤਾ ਲੱਗਦਾ। ਉਹ ਧਿਆਨ ਸਿੱਧਾ ਦਿੰਦੇ ਆਈਲੈਟਸ ਇੱਕ ਟੈਸਟ ਬਾਰੇ, ਉਹ ਤਿਆਰੀ ਕਰ ਲੈਂਦੇ ਆਪਣੀ ਫੋਰਨ ਜਾਣ ਦੀ। ਸੋ ਇਹਨਾਂ ਦੇ ਮਾਤਾ ਜੀ ਵੀ ਮੌਜੂਦ ਆ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਹਾਂਜੀ, ਪਹਿਲਾਂ ਤਾਂ ਸਾਡੇ ਵੱਲੋਂ ਵਧਾਈਆਂ ਜੀ ਤੁਹਾਨੂੰ, ਤੁਹਾਡਾ ਬੇਟਾ ਜਿਹੜਾ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਬਹੁਤ ਹਾਂਜੀ, ਬਹੁਤ ਕੀ ਕਹਿਣਾ ਚਾਹੁੰਦੇ ਹੋ ਜੀ ਬੇਟੇ ਬਾਰੇ? ਮੈਂ ਜੀ ਬਹੁਤ ਖੁਸ਼ ਹਾਂ, ਪਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ ਕਿ ਉਹਨੇ ਮੇਰੀ ਮਤਲਬ ਇਹ ਸੁਣੀ ਆ ਅਰਦਾਸ। ਬਹੁਤ ਵਧੀਆ ਮੈਨੂੰ ਲੱਗਦਾ ਆ, ਬਹੁਤ ਅੱਛਾ ਫੀਲ ਹੁੰਦਾ, ਆਪਣੇ ਬੱਚੇ 'ਤੇ ਬੜਾ ਮਾਣ ਮਹਿਸੂਸ ਕਰਦੀ ਹਾਂ ਮੈਂ। ਮਤਲਬ ਬਹੁਤ ਛੋਟਾ ਸੀਗਾ ਜਦੋਂ ਇਹਦੇ ਪਾਪਾ ਦੀ ਡੈਥ ਹੋ ਗਈ, ਸਿਰਫ 5 ਸਾਲ ਦਾ ਸੀਗਾ, ਅਤੇ ਮਤਲਬ ਮੇਰੀ ਕੋਸ਼ਿਸ਼ ਇਹ ਰਹੀ ਕਿ ਕੋਈ ਮਤਲਬ ਇਹਨਾਂ ਨੂੰ ਉਸ ਤਰ੍ਹਾਂ ਦੀ ਕਮੀ ਨਾ ਮਹਿਸੂਸ ਹੋਵੇ ਕਿ ਜੇ ਸਾਡੇ ਪਾਪਾ ਹੁੰਦੇ ਤਾਂ ਫਿਰ ਅਸੀਂ ਆਹ ਕਰ ਸਕਦੇ ਸੀ। ਮੈਂ ਹਰ ਸੰਭਵ ਕੋਸ਼ਿਸ਼ ਕੀਤੀ ਇਹਨਾਂ ਨੂੰ ਪੜ੍ਹਾਈ ਨਾਲ ਸੰਬੰਧਿਤ ਜੋ ਵੀ ਸਹੂਲਤਾਂ ਚਾਹੀਦੀਆਂ ਸੀਗੀਆਂ ਉਹ ਹਰ ਤਰ੍ਹਾਂ ਨਾਲ ਇਹਨਾਂ ਨਾਲ ਕਰੀ। ਜਿਹੜੀ ਚੀਜ਼ 'ਚ ਵੀ ਇਹਨਾਂ ਨੇ ਇੰਟਰਸਟ ਲਿਆ, ਬੇਟੀ ਵੀ ਮੇਰੀ ਡਾਕਟਰ ਆ, ਜਿਹੜੀ ਚੀਜ਼ 'ਚ ਇੰਟਰਸਟ ਸੀਗਾ ਬੱਚਿਆਂ ਦਾ ਮੈਂ ਉਹਨਾਂ ਨਾਲ ਹਰ ਤਰ੍ਹਾਂ ਨਾਲ ਖਲੋਤੀ ਹਾਂ, ਅਤੇ ਮੈਨੂੰ ਮਤਲਬ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਪਰਮਾਤਮਾ ਨੇ ਸਫਲਤਾ ਬਖਸ਼ੀ ਹੈ। ਤਾਂ ਕਿਸ ਤਰ੍ਹਾਂ ਦਾ ਸੁਭਾਅ, ਕਿਸ ਤਰ੍ਹਾਂ ਦਾ ਸੀ ਬੱਚੇ ਦਾ, ਤੁਹਾਡੇ ਬੇਟੇ ਦਾ, ਛੋਟੇ ਦਾ? ਜਿਸ ਤਰ੍ਹਾਂ ਕਈ ਬੱਚੇ ਸ਼ਰਾਰਤੀ ਹੁੰਦੇ ਆ, ਕਈ ਸਿੰਸੀਅਰ ਹੁੰਦੇ ਆ, ਤਾਂ ਤੁਹਾਡੇ ਬੇਟੇ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ? ਇਹ ਮਤਲਬ ਸਿੰਸੀਅਰ ਹੀ ਸੀਗਾ, ਮਤਲਬ ਬਹੁਤ ਆਮ ਬੱਚਿਆਂ ਨਾਲੋਂ ਬਿਲਕੁਲ ਵੱਖਰਾ ਹੀ ਸੀਗਾ ਪਹਿਲਾਂ ਹੀ। ਮਤਲਬ ਮੈਂ ਕਹਿੰਦੀ ਹੁੰਦੀ ਸੀ ਕਿ ਇਹਦੇ 'ਚ ਬੱਚਿਆਂ ਵਾਲੀਆਂ ਸ਼ਰਾਰਤਾਂ ਨਹੀਂ, ਜਿਵੇਂ ਸਿੰਸੀਅਰਲੀ ਪੜ੍ਹਾਈ ਪ੍ਰਤੀ ਵੀ ਬਹੁਤ ਸਿੰਸੀਅਰ, ਮਤਲਬ ਕੋਈ ਇਸ ਤਰ੍ਹਾਂ ਦੀ ਇਹਨੇ ਕੋਈ ਹਰਕਤ ਨਹੀਂ ਇਹੋ ਜਿਹੀ ਕੀਤੀ ਕਿ ਜਿਹੜਾ ਮੈਨੂੰ ਮਹਿਸੂਸ ਹੋਵੇ ਕੋਈ ਵੀ, ਮਤਲਬ ਕੋਈ ਪੜ੍ਹਾਈ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ, ਕੋਈ ਕਿਸੇ ਤਰ੍ਹਾਂ ਦੀ। ਮਤਲਬ ਬਹੁਤ ਵਧੀਆ ਬੱਚਾ ਰਿਹਾ ਹੈ ਸ਼ੁਰੂ ਤੋਂ। ਹਾਂਜੀ, ਤਾਂ ਤੁਹਾਡਾ ਕੀ ਸੁਪਨਾ ਹੈ ਕਿ ਬੇਟਾ ਕੀ ਬਣੇ? ਮੈਂ ਬੱਚਿਆਂ ਦੇ ਨਾਲ ਹੀ ਖਲੋਤੀ ਹਾਂ। ਮੈਨੂੰ ਇਹ ਸੀਗਾ ਕਿ ਜੋ ਵੀ ਕਰੂਗਾ, ਜੋ ਵੀ ਚੂਜ਼ ਕਰੂਗਾ ਨਾ, ਇਹ ਬਹੁਤ ਵਧੀਆ ਕਰੂਗਾ। ਮਤਲਬ ਮੈਨੂੰ ਸੀਗਾ, ਮੇਰੇ ਹਸਬੈਂਡ ਵੀ ਬਹੁਤ ਇੰਟੈਲੀਜੈਂਟ ਸੀਗੇ,
ਇੰਜੀਨੀਅਰ ਸੀਗੇ ਉਹ। ਤੇ ਮੈਨੂੰ ਇਹ ਸੀਗਾ ਕਿ ਇਹਨੇ ਜੋ ਵੀ ਕਰਨਾ ਇਹਨੇ ਬਹੁਤ ਵਧੀਆ ਕਰਨਾ ਆ, ਵੀ ਇਹ ਬੇਸਿਕਲੀ ਬਹੁਤ ਇੰਟੈਲੀਜੈਂਟ ਆ। ਤੇ ਮਤਲਬ ਜਿਵੇਂ ਇਹਦਾ ਇੰਟਰਸਟ ਸੀਗਾ IIT 'ਚ ਜਾਣ ਦਾ, ਥਾਪਰ ਵਿੱਚ ਇਹਨੂੰ ਐਡਮਿਸ਼ਨ ਵੀ ਮਿਲ ਗਈ ਸੀਗੀ, ਪਰ ਹੁਣ ਨਾਲ ਹੀ ਦੀ NDA ਵੱਲ ਥੋੜ੍ਹਾ ਇੰਟਰਸਟ ਹੋ ਗਿਆ ਇਹਦਾ। ਤੇ ਮੈਂ ਕਿਹਾ ਚਲੋ ਬੇਟਾ ਜੋ ਵੀ ਤੁਹਾਨੂੰ ਠੀਕ ਲੱਗਦਾ ਆ, ਚਲੋ ਪ੍ਰਮਾਤਮਾ ਨੇ ਵਧੀਆ ਕੀਤਾ, ਬਹੁਤ ਵਧੀਆ ਹੋ ਗਿਆ, ਸ਼ੁਕਰ ਆ ਵਾਹਿਗੁਰੂ ਦਾ। ਤਾਂ ਜਿਸ ਦਿਨ ਤੁਹਾਡੇ ਬੱਚੇ ਦਾ NDA ਕਲੀਅਰ ਹੁੰਦਾ ਆ, ਕਿੰਨੀ ਕੁ ਖੁਸ਼ੀ ਹੋਈ, ਕਿ ਪਹਿਲਾ ਰਿਐਕਸ਼ਨ ਕੀ ਸੀ ਤੁਹਾਡਾ? ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਮੈਨੂੰ, ਮੈਂ ਉਹਦਾ ਦੱਸ ਨਹੀਂ ਸਕਦੀ। ਮੈਂ ਉਸੇ ਟਾਈਮ ਪਰਮਾਤਮਾ ਦਾ ਸ਼ੁਕਰਾਨਾ ਕਰਨ ਗਈ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ। ਤੁਹਾਨੂੰ ਦੱਸਿਆ ਕਿੰਨੇ? ਇਹਨੇ ਫੋਨ ਕਰਕੇ ਪਹਿਲਾਂ, ਸਭ ਤੋਂ ਪਹਿਲਾਂ ਮੈਨੂੰ ਦੱਸਿਆ ਸੀਗਾ ਬੇਟੇ ਨੇ। ਤੇ ਮਤਲਬ ਤੁਸੀਂ ਬਹੁਤ ਕਿੰਨਾ ਜ਼ਿਆਦਾ share ਕੀਤਾ? ਖੁਸ਼ੀ। ਮੇਰੇ ਮੰਮੀ ਪਾਪਾ ਮੇਰੇ ਕੋਲ ਰਹਿੰਦੇ ਸੀਗੇ ਇੱਥੇ, ਤੇ ਉਹਨਾਂ ਨਾਲ ਸ਼ੇਅਰ ਕੀਤਾ ਮੈਂ, ਕਿਉਂਕਿ ਵੱਡਿਆਂ ਨੂੰ ਤੁਹਾਨੂੰ ਪਤਾ ਬਹੁਤ ਖੁਸ਼ੀ ਹੁੰਦੀ ਆ ਆਪਣੇ ਛੋਟੇ ਬੱਚੇ ਕੁਝ ਕਰਨ ਉਹ ਸਾਰੂ ਚੀਜ਼ਾਂ ਦੇ। ਤੇ ਉਹ ਬਹੁਤ ਖੁਸ਼ ਹੋਏ, ਪਰ ਉਹਨਾਂ ਦੀ ਬਦਕਿਸਮਤੀ ਕਿ ਉਹ ਦੋਵੇਂ ਵਿੱਚ ਨਹੀਂ ਹੈਗੇ ਸਾਡੇ। ਜਦੋਂ ਇਹ ਆਪਣੇ ਸਾਰਾ ਕੁਝ ਕੰਪਲੀਟ ਹੋ ਗਿਆ, ਹੁਣ ਉਹਨਾਂ ਨੇ ਵੇਖਣਾ ਸੀਗਾ, ਪਰ ਉਹ ਦੋਨਾਂ ਦੀ ਡੈਥ ਹੋ ਚੁੱਕੀ ਹੈ। ਉਹਨਾਂ ਨੇ ਮਤਲਬ ਮੇਰੇ ਕੋਲ ਰਹੇ, ਇਹਨਾਂ ਨੂੰ ਬੱਚਿਆਂ ਨੂੰ ਮਤਲਬ ਵੱਡੇ ਕਰਨ 'ਚ ਮੇਰੀ ਬਹੁਤ ਹੈਲਪ ਕੀਤੀ ਹੈ। ਤੇ ਚਲੋ ਮਤਲਬ ਬਹੁਤ ਖੁਸ਼ੀ ਦੀ ਗੱਲ ਹੈ, ਮੈਂ ਬਹੁਤ ਖੁਸ਼ ਹਾਂ, ਮੈਂ ਸੈਟੀਸਫਾਈ ਹਾਂ, ਪਰਮਾਤਮਾ ਨੇ ਬਹੁਤ ਸੋਹਣਾ ਕੀਤਾ। ਹੁਣ ਤੁਹਾਡਾ ਸੁਪਨਾ ਕਿ ਨੂੰਹ ਕਿਸ ਤਰ੍ਹਾਂ ਦੀ ਲਿਆਉਣੀ ਹੈ? ਕਿਉਂਕਿ ਬੇਟੇ ਨੇ ਗੱਲ ਜਿਹੜੀ ਤੁਹਾਡੇ ਤੇ ਛੱਡਤੀ ਹੈ। ਅਜੇ ਤੇ ਜੀ ਵੈਸੇ ਬਹੁਤ ਛੋਟਾ ਹੈ, 23 ਸਾਲ ਦਾ ਹੈ ਅਜੇ। ਆਪਾਂ 2-4 ਨਹੀਂ, ਸਾਲ ਮਾਵਾਂ wait ਵੀ ਕਰ ਖਾਬ ਤਾਂ ਸਕਦੇ ਜਦੋਂ ਹਾਂ। ਬੇਟਾ ਹੁੰਦਾ ਨਾ, ਤਾਂ ਮਾਵਾਂ ਖਾਬ ਹੋਰ ਉਹਦੇ ਵੇਖਣੇ ਸ਼ੁਰੂ ਕਰ ਦਿੰਦੀਆਂ। ਹਾਂਜੀ ਬਿਲਕੁਲ ਬਿਲਕੁਲ, ਮੇਰਾ ਵੀ ਖਾਬ ਆ, ਮਤਲਬ ਕੋਈ ਬਹੁਤ ਨੋ ਹੋਵੇ ਵਧੀਆ ਜੀ, ਮੈਂ ਧੀਆਂ ਵਾਂਗ ਬਣਾ ਕੇ ਜਿਹਨੂੰ ਰੱਖਾਂ, ਪੜ੍ਹੀ ਲਿਖੀ ਹੋਵੇ ਤੇ ਮਤਲਬ ਖੂਬਸੂਰਤ ਬੇਟੇ ਨੇ ਹੋਵੇ। ਕਿਹਾ ਕਿ ਥੋੜੀ ਪੜ੍ਹੀ ਹੋਵੇ, ਤਾਂ ਤੁਸੀਂ ਕਿਹਾ ਪੜ੍ਹੀ ਲਿਖੀ ਹੋਵੇ। ਹਾਂ ਨਹੀਂ, ਬਹੁਤ ਪੜ੍ਹੀ ਲਿਖੀ ਹੋਵੇ, ਜਿਹੜੇ ਇਹਦੇ ਸਟੈਂਡਰਡ ਨਾਲ ਮੇਨਟੇਨ ਕਰੇ, ਕਿਉਂਕਿ ਤੁਹਾਨੂੰ ਪਤਾ ਹੀ ਆ ਜਿਹੜੇ ਆਰਮੀ ਆਫੀਸਰਸ ਹੁੰਦੇ ਉਹਨਾਂ ਦਾ ਕਿਵੇਂ ਦਾ ਸਟੈਂਡਰਡ ਹੁੰਦਾ ਆਉਣ ਵਾਲੇ ਸਮੇਂ 'ਚ। ਤੇ ਬਾਕੀ ਵੇਖੋ ਜਿਸ ਤਰ੍ਹਾਂ ਦਾ ਪਰਮਾਤਮਾ ਨੂੰ ਚੰਗਾ ਲੱਗਦਾ। ਹਾਂਜੀ। ਲੈਫਟੀਨੈਂਟ ਜੀ ਦੇ ਸਿਸਟਰ ਵੀ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਹਾਂਜੀ, ਪਹਿਲਾਂ ਤਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਵਧਾਈਆਂ ਜੀ। ਮੈਂ ਬਹੁਤ ਹੀ ਆਈ ਐਮ ਸੋ ਪ੍ਰਾਊਡ ਆਫ ਮਾਈ ਬ੍ਰਦਰ ਕਿ ਅੱਜ ਰੱਬ ਦੀ ਮਿਹਰ ਨਾਲ ਉਹਨਾਂ ਨੇ ਆਹ ਮੁਕਾਮ ਹਾਸਲ ਕੀਤਾ ਹੈ, ਅਤੇ ਨਾ ਕਿ ਸਾਡੇ ਪਰਿਵਾਰ ਨੂੰ ਸਰਦਾਰੀਆਂ ਬਖਸ਼ੀਆਂ ਹੈ, ਅਤੇ ਸਾਡੇ ਇਲਾਕੇ ਦਾ, ਸਾਡੇ ਪਿੰਡ ਦਾ, ਮੇਰੇ ਸਕੂਲ ਦਾ, ਸਾਰਿਆਂ ਦਾ ਨਾਂ ਰੌਸ਼ਨ ਕੀਤਾ ਹੈ। ਅਤੇ ਮੈਂ ਪਰਮਾਤਮਾ ਨੂੰ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੀ। ਤਾਂ ਤੁਹਾਡਾ ਬਚਪਨ ਜਿਹੜਾ ਇਕੱਠਿਆਂ ਦੋਨਾਂ ਨੇ ਤੁਸੀਂ ਸਪੈਂਡ ਕੀਤਾ ਆ, ਤਾਂ ਕਿਸ ਤਰ੍ਹਾਂ ਆਪਸ ਭੈਣ ਭਰਾ ਅਕਸਰ ਲੜਦੇ ਵੀ ਆ, ਤੁਹਾਡਾ ਵੀ ਲੜਾਈ ਰਹਿੰਦੀ ਸੀ ਆਪਸ ਵਿੱਚ? ਐਕਚੁਅਲੀ ਮੈਂ ਸਭ ਤੋਂ ਛੋਟੀ ਹਾਂ, ਜਿੱਦਾਂ ਵੀਰੇ ਤੋਂ ਛੋਟੀ ਹਾਂ, ਤਾਂ ਮੈਂ ਅਤੇ ਵੀਰਾ ਬਹੁਤ ਹੀ ਲੜਦੇ ਵੀ ਰਹੇ ਹਾਂ, ਬਹੁਤ ਪਿਆਰ ਵੀ ਸੀ ਸਾਡੇ ਵਿੱਚ। ਮੈਂ ਨਿੱਕੀ ਸੀ ਅਤੇ ਮੈਨੂੰ ਮੈਂ ਖਿਜਾਉਂਦੀ ਬਹੁਤ ਸੀ ਵੀਰੇ ਨੂੰ, ਅਤੇ ਅਸੀਂ ਇੱਕ ਦੂਜੇ ਦੇ ਪਿੱਛੇ ਭੱਜਣਾ, ਲੜਨਾ। ਅਤੇ ਫਿਰ ਇੱਕ ਵਾਰੀ ਵੀਰੇ ਨੇ ਮੈਨੂੰ, ਮੈਂ ਗੁੱਸੇ ਹੋ ਜਾਣਾ, ਮੈਂ ਤਾਈ ਜੀ ਨੂੰ ਰੋਣਾ ਕਿ ਵੀਰਾ ਮੈਨੂੰ ਗੁੱਸੇ ਹੁੰਦਾ ਵਾ, ਅਤੇ ਫਿਰ ਤਾਈ ਜੀ ਨੇ ਮਨਾ ਕੇ ਕਿ ਨਹੀਂ ਚਲੋ ਤੁਸੀਂ ਹੁਣ ਠੀਕ ਹੋ ਜਾਓ। ਅਤੇ ਬਹੁਤ ਅਸੀਂ ਲੜਦੇ ਵੀ ਰਹੇ ਹਾਂ, ਬਹੁਤ ਮੈਮਰੀਜ਼ ਆ ਸਾਡੀਆਂ ਇਕੱਠਿਆਂ ਦੀਆਂ। ਤਾਂ ਕਿੰਨੀ ਕੁ ਖੁਸ਼ੀ ਹੋਈ ਤੁਹਾਨੂੰ ਪਹਿਲੇ ਦਿਨ ਜਦੋਂ ਤੁਸੀਂ ਸੁਣਿਆ ਕਿ ਮੇਰਾ ਬ੍ਰਦਰ ਜਿਹੜਾ ਲੈਫਟੀਨੈਂਟ ਬਣ ਗਿਆ? ਜਦੋਂ ਮੈਨੂੰ ਪਤਾ ਲੱਗਾ, ਮੈਂ ਹਜੇ ਸਕੂਲ ਤੋਂ ਜਸਟ ਆਈ ਸੀ, ਮੈਂ ਗੇਟ ਐਂਟਰ ਕਰਨ ਦੀ ਸੀ, ਅਤੇ ਸਾਰੇ ਮੰਮਾ ਹੋਣੀ, ਮੇਰੀ ਦਾਦੀ ਜੀ ਦੇ ਅੱਖਾਂ 'ਚ ਅਥਰੂ ਸੀ, ਅਤੇ ਮੇਰੇ ਮੰਮਾ ਹੋਣੀ ਬਹੁਤ ਹੀ ਸਾਰੇ ਖੁਸ਼ ਸੀ, ਸਾਰੇ ਇੱਕ ਦੂਜੇ ਨੂੰ ਆਵਾਜ਼ਾਂ ਮਾਰਨ ਡੇ ਸੀ। ਮੈਂ ਇੱਕਦਮ ਸ਼ੌਕਡ ਹੋ ਗਈ ਕਿ ਕੀ ਹੋਇਆ ਗਿਆ ਘਰ। ਅਤੇ ਫਿਰ ਜਦੋਂ ਮੈਨੂੰ ਪਤਾ ਲੱਗਾ ਅਤੇ ਮੈਂ ਬਹੁਤ ਹੀ ਖੁਸ਼ ਹੋਈ। ਉਸੇ ਵੇਲੇ ਗੁਰਦੁਆਰੇ ਜਾ ਕੇ ਅਰਦਾਸ ਕੀਤੀ ਕਿ ਮੇਰੇ ਤਾਇਆ ਜੀ ਅੱਜ ਸਾਡੇ ਵਿੱਚ ਨਹੀਂ ਆ, ਅਤੇ ਉਹਨਾਂ ਦੀ ਕਮੀ ਬਹੁਤ ਮਹਿਸੂਸ ਹੁੰਦੀ ਆ, ਰੋਜ਼ ਹੀ ਹੁੰਦੀ ਆ, ਪਰ ਅੱਜ ਜੇ ਉਹ ਹੁੰਦੇ ਸਾਡੇ ਨਾਲ ਤਾਂ ਹੋਰ ਦੁੱਗਣੀ ਖੁਸ਼ੀ ਹੋਣੀ ਸੀ। ਅਤੇ ਫਿਰ ਉਹੀ ਮਨ ਨੂੰ ਹੋਇਆ ਕਿ ਜੇ ਅੱਜ ਤਾਇਆ ਜੀ ਨਹੀਂ ਆ ਤਾਂ ਵੀਰੇ ਵਿੱਚ ਹੁਣ ਉਹ ਚੀਜ਼ ਵੇਖਾਂਗੇ। ਹੁਣ ਵੀਰੇ ਤੇ ਦੇ ਮੋਢਿਆਂ 'ਤੇ ਸਾਰੇ ਸਾਡੇ ਰਿਸਪੋਂਸੀਬਿਲਟੀਜ਼ ਆ। ਤਾਂ ਜਦ ਘਰ, ਕਿਉਂਕਿ ਇੱਕ ਪਹਿਲਾਂ ਤੁਸੀਂ ਲੜਦੇ ਸੀ ਛੋਟੇ ਹੁੰਦੇ ਹਨਾ, ਆਮ ਅਸੀਂ ਨੋਰਮਲ ਇੱਕ ਦੂਸਰੇ ਨੂੰ ਫੇਸ ਕਰਦੇ ਹਾਂ, ਤਾਂ ਜਦ ਇਹ ਆਪਣੀ ਡਿਊਟੀ ਜਦ ਆਪਣੀ ਇਹ ਯੂਨੀਫਾਰਮ ਪਾ ਕੇ ਘਰ ਆਉਂਦੇ ਆ, ਤਾਂ ਕੀ ਰਿਐਕਸ਼ਨ ਸੀ ਤੁਹਾਡਾ? ਜਦੋਂ ਅਸੀਂ ਇਹਨਾਂ ਨੂੰ ਵੀਰੇ ਨੂੰ ਲੈਣ ਗਏ ਸੀਗੇ ਦੇਹਰਾਦੂਨ ਤੋਂ, ਤਾਂ ਜਦੋਂ ਮੈਂ ਵੇਖਿਆ ਮੈਨੂੰ ਸਾਰਾ, ਮੇਰੇ ਨਾਨਾ ਜੀ ਅੱਜ ਨਹੀਂ ਆ, ਅਤੇ ਉਹਨਾਂ ਨੇ ਜਿੱਦਾਂ ਕਹਿੰਦੇ ਹੁੰਦੇ ਸੀ, ਅਤੇ ਮੇਰੇ ਤਾਇਆ ਜੀ, ਮੈਂ ਇੱਕ ਬਹੁਤ ਰੋਈ, ਮੈਨੂੰ ਸਮਝ ਹੀ ਨਾ ਆਵੇ ਵੀ ਮੈਂ ਕੀ ਕਵਾਂ ਹੁਣ ਵੀਰੇ ਨੂੰ, ਅਤੇ ਗੱਲ ਲਾ ਕੇ ਬਹੁਤ ਰੋਈ, ਜੱਫੀ ਪਾਈ। ਤਾਂ ਫਿਰ ਵੀਰੇ ਨੇ ਅੱਗੋਂ ਮੈਨੂੰ ਕਿਹਾ, ਮੈਂ ਪੂਰਾ ਤਿਆਰ ਹੋ ਕੇ ਗਈ, ਕਹਿੰਦੇ ਤੇਰਾ ਮੇਕਅਪ ਖਰਾਬ ਹੋ ਜਾਣਾ ਵਾ ਨਾ ਰੋ। ਅਤੇ ਫਿਰ ਉਸ ਤੋਂ ਬਾਅਦ ਘਰੇ ਆਣ ਕੇ ਮੈਂ ਉਹਨਾਂ ਦੀ ਮੈਂ ਕਹਿੰਦੀ ਰਹੀ ਮੈਨੂੰ ਯੂਨੀਫਾਰਮ ਪਾ ਕੇ ਦੇਖ ਲੈਣ ਤੋਂ, ਫਿਰ ਮੈਂ ਵੀਰੇ ਦੀ ਯੂਨੀਫਾਰਮ ਵੀ ਪਾ ਕੇ ਦੇਖੀ। ਤਾਂ ਤੁਹਾਡਾ ਵੀ ਸ਼ੌਂਕ ਹੈ ਕੋਈ NDA ਕਲੀਅਰ ਕਰਨ ਦਾ? ਨਹੀਂ, ਐਕਚੁਅਲੀ ਮੈਂ ਡਾਕਟਰ ਲਾਈਨ 'ਚ ਜਾਣਾ ਚਾਹੁੰਦੀ ਹਾਂ, ਮੈਂ ਮੈਡੀਕਲ ਸਟੂਡੈਂਟ ਹਾਂ, ਮੈਂ ਹਾਈ ਸਕੂਲ ਹਜੇ ਪਾਸ ਆਊਟ ਹੀ ਕੀਤਾ ਹੈ। ਹਾਂਜੀ। ਤਾਂ
ਕਿਸ ਤਰ੍ਹਾਂ ਕੀ ਆਉਣ ਵਾਲਾ ਸਮਾਂ ਜਿਹੜਾ ਕੀ ਦੇਖਦੇ ਹੋ? ਜਿਸ ਤਰ੍ਹਾਂ ਮੈਂ ਤੁਹਾਡੇ ਉਹਨਾਂ ਦੇ ਮਦਰ ਕੋਈ ਪੁੱਛ ਚੁੱਕਾ, ਭਾਬੀ ਕਿਸ ਤਰ੍ਹਾਂ ਦੀ ਚਾਹੁੰਦੇ ਹੋ ਤੁਸੀਂ? ਮੈਂ ਚਾਹੁੰਦੀ ਹਾਂ ਸਾਡੀ ਭਾਬੀ ਬੜੀ ਸਟਾਈਲਿਸ਼ ਜੀ ਹੋਵੇ ਜਿੱਦਾਂ, ਤੇ ਅਸੀਂ ਕਿਉਂਕਿ ਵੀਰੇ ਦੀ ਪੋਸਟਿੰਗ ਵੱਖਰੀ ਵੱਖਰੀ ਜਗ੍ਹਾ ਹੋਇਆ ਕਰਨੀ ਆ, ਤਾਂ ਅਸੀਂ ਘੁੰਮਣਾ ਚਾਹੁੰਦੇ ਆ ਤੇ ਸਾਡੀ ਭਾਬੀ ਪੂਰੀ ਚਿਲ ਹੋਵੇ, ਸਾਡੇ ਨਾਲ ਘੁੰਮੇ ਫਿਰੇ, ਸ਼ਾਪਿੰਗ ਕਰੇ, ਤੇ ਮੈਂ ਇਹੀ ਬਸ ਚਾਹੁੰਦੀ ਆ। ਤੇ ਜਿੱਦਾਂ ਵੀ ਹੋਵੇ ਸਾਨੂੰ ਸਾਰੇ ਪਰਿਵਾਰ ਨੂੰ ਜੋੜ ਕੇ ਰੱਖੇ। ਮਤਲਬ ਵੀਰ ਜੀ ਲਈ ਜਿਹੜੇ ਤੁਹਾਡੇ ਬ੍ਰਦਰ ਨੇ ਉਹਨਾਂ ਲਈ ਜਿਹੜੀ ਸਿਲੈਕਸ਼ਨ ਤੁਸੀਂ ਕਰੋਗੇ ਫਿਰ ਭਾਬੀ ਦੀ? ਜ਼ਰੂਰ, ਜੇ ਵੀਰਾ ਮੌਕਾ ਦਊਗਾ ਤੇ ਜ਼ਰੂਰ ਅਸੀਂ ਕਰਾਂਗੇ। ਤੇ ਬਾਕੀ ਵੀਰੇ ਸਾਰੇ ਸਾਡੀ ਤੇ ਚਾਹੀਦੀ ਆ ਸਲਾਹ ਉਹਨਾਂ ਨੂੰ ਵੀ ਜਦੋਂ ਕੋਈ ਮੈਰਿਜ ਦੀ ਗੱਲ ਹੋਈ ਜਾਂ ਜਦੋਂ ਕੋਈ ਸਾਡੀ ਭਾਬੀ ਵੇਖਣੀ ਆ ਤਾਂ ਸਾਡੀ ਤੇ ਮਨਜ਼ੂਰੀ ਚਾਹੀਦੀ ਆ, ਫਿਰ ਭੈਣ ਆ ਮੈਂ। ਚਾਚਾ ਜੀ ਵੀ ਮੌਜੂਦ ਆ, ਗੱਲਬਾਤ ਕਰਦੇ ਆ। ਹਾਂਜੀ ਚਾਚਾ ਜੀ, ਪਹਿਲਾਂ ਤਾਂ ਵਧਾਈਆਂ ਹੋਣ ਜੀ ਤੁਹਾਨੂੰ। ਤੁਹਾਨੂੰ ਵੀ ਵਧਾਈਆਂ ਜੀ, ਤੁਹਾਡੇ ਚੈਨਲ ਨੂੰ ਸਾਡੇ ਸਾਰੇ ਪਰਿਵਾਰ ਵੱਲੋਂ ਬਹੁਤ ਮਿਹਰਬਾਨੀ ਤੁਹਾਡੀ, ਜਿਹੜਾ ਤੁਸੀਂ ਟਾਈਮ ਕੱਢਿਆ ਸਾਡੇ ਲਈ। ਤੁਹਾਨੂੰ ਵੀ ਇੰਨੀਆਂ ਵਧਾਈਆਂ ਜਿੰਨੀਆਂ ਸਾਡੇ ਟੱਬਰ ਨੂੰ ਹੈ ਜੀ। ਬਹੁਤ ਵਧੀਆ ਲੱਗਾ ਤੁਸੀਂ ਚੱਲ ਕੇ ਆਏ। ਤੇ ਸੋ ਕਿਸ ਤਰ੍ਹਾਂ ਦਾ ਸੀ ਭਤੀਜਾ? ਜਿਹੜੇ ਛੋਟਾ ਸੀ ਤਾਂ ਕਿਸ ਤਰ੍ਹਾਂ ਦਾ ਸੁਭਾਅ ਸੀ ਇਹਦਾ? ਬੜਾ ਸੀਰੀਅਸ ਜਿਹਾ ਸੀ ਜੀ ਇਹ, ਬੜਾ ਵਧੀਆ ਜਿਹਾ ਕਿਊਟ ਜਿਹਾ ਬੱਚਾ ਸੀ। ਤੇ ਇਹਦੇ ਤੇ ਡਿਊਟੀ ਮੇਰੀ ਹੁੰਦੀ ਸੀ ਸਾਹਮਣੇ ਦੀ। ਜੇ ਕੋਈ ਸ਼ਰਾਰਤ ਕਰਦਾ ਹੈ ਜਾਂ ਜਿਵੇਂ ਵੀ ਆ, ਜਦੋਂ ਛੋਟਾ ਪਿੰਡ ਸੀ ਨਾ, ਜੇ ਸ਼ਹਿਰ ਬਾਅਦ 'ਚ ਆਇਆ, ਜਦੋਂ ਪਿੰਡ ਸੀਗਾ ਉਦੋਂ ਇਹਦੇ ਪਾਪਾ ਨੇ ਇਹੋ ਕਹਿਣਾ ਵੀ ਇਹਦਾ ਧਿਆਨ ਰੱਖਣਾ ਵਾ। ਕਰਦਾ ਸੀ, ਪਲਟੀਆਂ ਮਾਰਦਾ ਸੀ, ਪਰ ਫਿਰ ਖਿੱਚ ਕੇ ਲੈ ਆਈਦਾ ਸੀ ਵੀ ਨਹੀਂ ਵੀ ਨਾ ਤੂੰ ਇਹ ਕੰਮ ਨਹੀਂ ਕਰਨਾ। ਕਦੀ ਚਾਚੇ ਨੇ ਫਿਰ ਕੁੱਟ ਕੱਟ ਵੀ ਪਈ ਕਿ ਨਹੀਂ ਕਦੀ ਭਤੀਜੇ ਨੂੰ? ਹਾਂ, ਕੁੱਟ ਉਹ ਮੇਰੇ ਕੋਲੋਂ ਹੀ ਪੈਂਦੀ ਸੀ। ਇਹਦੇ ਪਾਪਾ ਨਹੀਂ ਕੁਝ ਕਹਿੰਦੇ, ਉਹ ਕਹਿੰਦੇ ਹੁੰਦੇ ਸੀ ਸਾਂਭੀ ਇਹਨੂੰ ਮੜਾ ਜਿਹਾ ਕਰੀ ਸੈੱਟ। ਫਿਰ ਕਰਨਾ ਪੈਂਦਾ ਸੀ ਥੋੜ੍ਹਾ ਜਿਹਾ, ਪਰ ਸਾਨੂੰ ਆਪਣੇ ਪੁੱਤ 'ਤੇ ਮਾਣ ਆ। ਇਹਨੇ ਸਾਡੇ ਇਲਾਕੇ 'ਚ, ਸਾਡੇ ਕਿੰਨੇ ਪਿੰਡਾਂ 'ਚ ਸਾਡੀ ਜਿਹੜੀ ਆ ਪਰਿਵਾਰ ਨੂੰ ਇੱਜ਼ਤ ਬਣਾਈ ਆ। ਮੈਂ ਦੱਸ ਨਹੀਂ ਸਕਦਾ ਭਾਈ ਤੁਹਾਨੂੰ ਵੀ ਕਿੰਨਾ ਕੁ ਮੈਨੂੰ ਹੁੰਦਾ ਵਾ ਵੀ ਇਹ ਅਫਸਰ ਬਣਿਆ ਵਾ। ਤਾਂ ਇਹ ਭੁੱਲ ਜੀਦਾ ਅਗਲਾ ਪਿਛਲਾ, ਜਦੋਂ ਇਹਨੂੰ ਵੇਖੀਦਾ ਨਾ ਵੀ ਸਾਡਾ ਪੁੱਤ ਅਫਸਰ ਆ। ਅਸੀਂ ਨਾ ਭਰਾ ਦੀ ਡੈਥ ਤੋਂ ਬਾਅਦ ਬੜੇ ਪਿੱਛੇ ਆ ਗਏ ਹਾਂ। ਇਸ ਬੱਚੇ ਨੇ ਫਿਰ ਸਾਨੂੰ ਉੱਥੇ ਲਿਆ ਕੇ ਖੜਾ ਕਰਤਾ ਜਿੱਥੋਂ ਅਸੀਂ ਪਿੱਛੇ ਗਏ ਹਾਂ। ਬੜਾ ਮਾਣ ਹੈ ਭਾਜੀ ਆਪਣੇ ਭਤੀਜੇ 'ਤੇ ਸਾਨੂੰ, ਬੜਾ ਵਧੀਆ ਵਾ। ਚਾਚਾ ਭਤੀਜਾ ਅਸੀਂ ਯਾਰਾਂ ਵਾਂਗੂ ਰਹਿੰਦੇ ਹਾਂ। ਜਿੰਨੀ ਕੁ ਗੱਲ ਹੁੰਦੀ ਆ, ਸੰਗਦਾ ਵੀ ਆ ਜੇ ਮੇਰੇ ਕੋਲੋਂ, ਪਰ ਨਹੀਂ, ਬੜਾ ਵਧੀਆ। ਹੁਣ ਸਾਡਾ ਜਿਵੇਂ ਅਫਸਰ ਬਣਿਆ ਖੁੱਲ੍ਹਣ ਡਿਆ ਪਿਆ। ਪਹਿਲੋਂ ਤਾਂ ਥੋੜ੍ਹਾ ਜਿਹਾ ਸੰਗਦਾ ਰਹਿੰਦਾ ਹੁੰਦਾ ਸੀ, ਹੁਣ ਬੜਾ ਵਧੀਆ ਭਾਜੀ, ਬਹੁਤ ਵਧੀਆ। ਮਾਣ ਹੈ ਆਪਣੇ ਪੁੱਤ 'ਤੇ ਸਾਨੂੰ। ਚਲੋ ਇਹ ਇੱਕ ਵਧੀਆ ਮੈਨਰਸ ਵੀ ਕਹਿ ਸਕਦੇ ਆ ਕਿ ਜਿਹੜਾ ਕਿ ਚਾਚੇ ਦੇ ਭਤੀਜੇ ਦਾ ਰਿਸ਼ਤਾ ਫਰੈਂਕ ਜ਼ਰੂਰ ਹੁੰਦਾ, ਪਰ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਇੱਕ ਸ਼ਰਮਾਉਣਾ ਵੀ ਇੱਕ ਕਹਿ ਸਕਦੇ ਕਿ ਇੱਕ ਵਧੀਆ ਗੱਲ ਆ। ਹਾਂਜੀ, ਰੱਖਦਾ ਭਾਜੀ ਇੰਨੀ ਕੁ ਮਰਿਆਦਾ ਰੱਖਦਾ ਵਾ ਵੀ ਜਿਹੜਾ ਜੈਨੂਅਨ ਜਿਹਾ ਕੰਮ ਆ ਉੱਥੇ ਰੱਖਦਾ। ਕੋਈ ਸਾਡੀ ਇਹ ਮਰਿਆਦਾ ਨਹੀਂ ਟੱਪਦਾ ਮੇਰਾ ਪੁੱਤ ਕਿਸੇ ਗੱਲ ਤੋਂ ਵੀ। ਬੜਾ ਵਧੀਆ ਸਾਡੇ ਨਾਲ ਗੱਲਬਾਤ ਆ ਜਿਹੜੀ ਆ। ਹਾਂ, ਸਮਝਾਉਂਦਾ ਵੀ ਆ ਮੇਰੇ ਕੋਲ ਵੀ, ਜੇ ਕੋਈ ਗਲਤੀ ਹੁੰਦੀ ਆ ਕਿਸੇ ਵੇਲੇ ਕੰਮ ਕਰਦਿਆਂ, ਉਦੋਂ ਮੈਨੂੰ ਕਹਿੰਦਾ ਵੀ ਹਾਂ ਚਾਚੇ ਐਂ ਨਹੀਂ ਹੈ। ਮੈਂ ਕਹਿ ਦਿੰਦਾ ਹਾਂ ਪੁੱਤ, ਜੋ ਤੂੰ ਕਹਿਣਾ ਠੀਕ ਆ। ਹਾਂ, ਇੱਦਾਂ ਵਾ ਸਾਡੀ ਚਾਚੇ ਭਤੀਜੇ ਦੀ ਵੀ ਜੋ ਤੂੰ ਕਹਿ ਤਾ ਠੀਕ ਹੈ ਪੁੱਤ, ਕਦੀ ਇਹ ਨਹੀਂ ਕੀਤਾ ਵੀ ਬਸ। ਦਾਦਾ ਜੀ ਵੀ ਮੌਜੂਦ ਆ, ਗੱਲਬਾਤ ਕਰਦੇ ਆ। ਹਾਂਜੀ ਦਾਦਾ ਜੀ, ਕੀ ਕਹਿਣਾ ਚਾਹੁੰਦੇ ਜੀ? ਤੁਹਾਡਾ ਪੋਤਰਾ ਜਿਹੜਾ ਲੈਫਟੀਨੈਂਟ ਜਿਹੜਾ ਲੱਗ ਚੁੱਕਾ ਆ, ਕਿਵੇਂ ਦਾ ਮਹਿਸੂਸ ਹੋ ਰਿਹਾ? ਗੱਲ ਇਹ ਹੈ ਭਈ ਮਹਾਰਾਜ ਦੀ ਬਖਸ਼ਿਸ਼ ਹੋਵੇ ਨਾ ਤੇ ਫੇਰ ਹੀ ਗੱਲ ਬਣਦੀ ਹੈ। ਤੇ ਫਿਰ ਦੂਜੀ ਗੱਲ ਹੈ ਬੱਚੇ ਦੀ ਮਿਹਨਤ ਹੈ ਸਾਰੀ, ਤੇ ਉਹਦੇ ਵਿੱਚ ਸਾਨੂੰ ਸਾਡੇ ਪਰਿਵਾਰ ਨੂੰ ਖੁਸ਼ੀ ਆ ਭਈ ਇਹ ਸਾਡਾ ਬੱਚਾ ਜਿਹੜਾ ਹੋਣਹਾਰ ਨਿਕਲਿਆ ਤੇ ਬੜੀ ਮਿਹਨਤ ਨਾਲ ਕੀਤੀ ਇਹਨੇ ਕੰਮ। ਇਹਨੇ ਕਿਸੇ ਦੀ ਨਕਲ ਨਹੀਂ ਮਾਰੀ, ਕਿਸੇ ਕੋਲ ਪੁੱਛਿਆ ਨਹੀਂ, ਕੋਈ ਪਰਚੀ ਨਹੀਂ ਲਈ। ਹਾਂ, ਤੇ ਇਹਦੀ ਆਪਣੀ ਮਿਹਨਤ ਨੇ ਕੰਮ ਕੀਤਾ। ਤੇ ਜਦੋਂ ਕੋਈ ਮਿਹਨਤ ਕਰਦਾ ਹੋਵੇ, ਭਾਵੇਂ ਕਿਸੇ ਡਿਪਾਰਟਮੈਂਟ 'ਚ ਆ, ਭਾਵੇਂ ਉਹ ਵਾਹੀ ਕਰਦਾ, ਭਾਵੇਂ ਪੜ੍ਹਦਾ, ਤੇ ਭਾਵੇਂ ਕੈਨੇਡਾ ਗਿਆ, ਜਿਹਨੇ ਮਿਹਨਤ ਕੀਤੀ ਆ ਉਹਨੂੰ ਹੀ ਫਲ ਮਿਲਣਾ। ਬਿਲਕੁਲ ਬਿਲਕੁਲ। ਹਾਂ, ਤੇ ਜਿਹਨੇ ਇੱਥੇ ਵੀ ਮਿਹਨਤ ਕਰਨੀ ਹੈ, ਜਿਹਨੇ ਮਜ਼ਦੂਰੀ ਕਰਨੀ ਆ, ਕਿਸੇ ਵੀ ਪਾਸੇ ਹੋਵੇ, ਕੋਈ ਵੀ ਜਗ੍ਹਾ ਹੋਵੇ, ਉਹਨੂੰ ਮਿਹਨਤ ਦਾ ਫਲ ਮਿਲਦਾ ਹੀ ਹੈ। ਹਾਂ, ਬਾਪੂ ਜੀ, ਜਦ ਪਹਿਲੀ ਵਾਰੀ ਪਤਾ ਲੱਗਾ ਤੁਹਾਨੂੰ ਕਿ ਤੁਹਾਡਾ ਪੋਤਰਾ ਜਿਹੜਾ ਉਹ ਲੈਫਟੀਨੈਂਟ ਬਣ ਗਿਆ, ਤੇ ਕਿੰਨਾ ਕੁ ਚਾਅ ਚੜਿਆ ਸੀ?
ਵੇਖੋ ਜੀ, ਮੈਂ ਪਿੰਡ ਦੇ ਵਿੱਚ 18 ਘਰਾਂ 'ਚ ਲੱਡੂ ਘੁਲਾਏ ਸੀ। ਜਦੋਂ ਪਤਾ ਲੱਗਾ ਬਈ, ਮੈਨੂੰ ਪਤਾ ਲੱਗਾ ਇਹ ਸਾਰਾ, ਤੇ ਇਹ 18 ਡੱਬੇ ਮੰਗਵਾ ਕੇ ਤੇ ਸਾਰੇ ਦਿੱਤੇ ਆ। ਤੇ ਇਹ ਖੁਸ਼ੀ ਦੀ ਗੱਲ ਸੀ ਤੇ ਸਾਰੇ ਹੋਏ ਨਾ। ਫਿਰ ਕੋਈ ਗੁਰਦੁਆਰਾ ਨਹੀਂ ਛੱਡਿਆ ਜਿਹੜਾ ਸੁੱਖਿਆ ਨਹੀਂ ਆਈ, ਜਾ ਕੇ ਉੱਥੇ ਮੱਥਾ ਨਹੀਂ ਟੇਕਿਆ। ਹਾਂ, ਤੇ 15,000 ਰੁਪਈਆ ਮੈਂ ਲੰਗਰ 'ਚ ਦਿੱਤਾ ਸੀ, ਪਹੂਏਟ ਬਾਬੇ ਦੀਪ ਸਿੰਘ ਸ਼ਹੀਦ ਦੇ ਲੰਗਰ 'ਚ। ਹਾਂ, ਤੇ ਬਾਪੂ ਜੀ ਹੁਣ ਜਦੋਂ ਪੋਤਰਾ ਵਰਦੀ ਪਾ ਗਿਆ ਤੇ ਫਿਰ ਫੋਟੋ ਖਿਚਾਈ ਗਈ ਨਹੀਂ ਕੋਈ? ਹਾਂਜੀ, ਫੋਟੋ ਜੀ ਉਹ ਸਾਡੀ ਦੇ ਅੱਗੇ ਖਿੱਚੀ ਨਾਲ ਇਹਦੇ ਤੇ ਮੇਰੇ ਕੋਲ ਹੀ ਸੌਂਦਾ ਸੀ, ਇਹ ਮਿਹਨਤ ਵੀ ਕਰਦਾ ਸੀ। ਤੇ ਮੈਂ ਜਦੋਂ ਕਦੇ ਸੌਂਦਾ ਸੀ ਤੇ ਸਾਡਾ ਬੈੱਡ ਇਕੱਠਾ ਸੀ, ਤੇ ਜਦੋਂ ਕਿਤੇ ਇਹਨੇ ਸੌਣਾ ਤੇ ਇੱਕ ਤੇ ਕਿਤਾਬ ਰੱਖ ਕੇ ਤੇ ਉਹ ਮੈਂ ਫੜ ਕੇ ਵਰਕਾ ਉਲਟ ਕੇ ਤੇ ਮਗਰੇ ਦੇ ਸਰਾਣੇ ਰੱਖ ਦੇਣੇ ਤੇ ਆਪ ਇਹਦੇ ਉੱਤੇ ਰਜਾਈ ਦੇ ਦੇਣੀ ਸਾਰੀ, ਤੇ ਮਿਹਨਤ ਕਰਦਾ ਰਿਹਾ ਪੂਰੀ। ਤਾਂ ਬਾਪੂ ਜੀ ਛੋਟੇ ਹੁੰਦੇ ਕਿਸ ਤਰ੍ਹਾਂ ਤੁਹਾਡੇ ਨਾਲ ਸ਼ਰਾਰਤੀ ਸੀ ਕਿ ਕਿਵੇਂ ਦਾ? ਤੁਹਾਡੇ ਨਾਲ ਕਿਸ ਤਰ੍ਹਾਂ ਦਾ? ਕਿਉਂਕਿ ਦਾਦੇ ਦਾ ਤੇ ਪੋਤਰੇ ਦਾ ਇੱਕ ਅਲੱਗ ਤਰ੍ਹਾਂ ਦਾ ਪਿਆਰ ਹੁੰਦਾ, ਉਸ ਤਰ੍ਹਾਂ ਦਾ ਮਾਂ ਪਿਓ ਨਾਲ ਵੀ ਨਹੀਂ ਪਿਆਰ ਹੁੰਦਾ। ਮੇਰਾ ਯਾਰ ਹੈ ਨਾ, ਮੇਰਾ ਯਾਰ ਆ। ਤੇ ਬਚਪਨ 'ਚ ਹੁੰਦਿਆਂ ਮੈਨੂੰ ਸ਼ਰਾਰਤਾਂ ਬਹੁਤ ਕਰਦਾ ਸੀ ਇਹ, ਤੇ ਸ਼ਰਾਰਤੀ ਸੀ। ਮੈਂ ਇਹਨੂੰ ਜਦੋਂ ਆਉਂਦਾ ਸੀ ਨਾ ਵੀ ਤੁਸੀਂ ਰਹਿ ਰਾਸ ਜਦੋਂ ਬਾਬਾ ਬੋਲਦਾ ਤੂੰ ਘਰ ਹੋਣਾ, ਇਹ ਜਦੋਂ ਮੈਨੂੰ ਵੇਖਦਾ ਸੀ ਨਾ ਗਲੀ 'ਚ, ਮੈਂ ਲੱਭਣ ਚੜ੍ਹਦਾ ਇਹਨੂੰ ਜਦੋਂ ਨਹੀਂ ਆਉਂਦਾ, ਤੇ ਇਹ ਲੱਭਣ ਚੜ੍ਹਦਾ ਤੇ ਦੂਜੀ ਗਲੀ ਆਣ ਕੇ ਤੇ ਘਰ ਬੈਠਦਾ ਹੁੰਦਾ ਸੀ। ਤੇ ਮੇਰੇ ਅੱਗੋਂ ਆਖਣਾ ਮੈਂ ਤਾਂ ਬੜੇ ਚਿਰ ਦਾ ਬੈਠਾ ਇੱਥੇ। ਹਾਂ, ਸੋ ਇਹ ਸਨ ਸਾਡੇ ਨਾਲ ਪਰਿਵਾਰਕ ਮੈਂਬਰ ਵੀ, ਜਿਨ੍ਹਾਂ ਨੇ ਲੈਫਟੀਨੈਂਟ ਜੋ ਬੇਟਾ ਜੀ ਨੇ ਇਹਨਾਂ ਦੇ ਗੱਲਾਂ ਨਾਲ ਤੁਹਾਨੂੰ ਜਿਹੜਾ ਜਾਣੂ ਕਰਵਾਇਆ ਆ। ਔਰ ਬਹੁਤ ਵੱਡੀ ਉਦਾਹਰਨ ਇਹਨਾਂ ਨੇ ਜਿਹੜੀ ਆ ਸਾਡੇ ਨਾਲ ਇੱਕ ਸ਼ੇਅਰ ਕੀਤੀ ਆ ਕਿ ਜੇਕਰ ਤੁਸੀਂ ਵਿਦੇਸ਼ਾਂ ਵੱਲ ਕੂਚ ਕਰ ਰਹੇ ਹੋ, ਤਾਂ ਜੇਕਰ ਤੁਸੀਂ ਇੱਥੇ ਮਿਹਨਤ ਕਰੋ ਤਾਂ ਮਿਹਨਤ ਕਰਕੇ ਵੀ ਇੱਥੇ ਤੁਸੀਂ ਸਫਲਤਾ ਪ੍ਰਾਪਤ ਕਰ ਸਕਦੇ ਹੋ। ਤੁਸੀਂ ਇਸ ਤਰ੍ਹਾਂ ਜੁੜੇ ਰਹੋ ਸਾਡੇ ਪੰਜਾਬ ਸਟਾਰ ਚੈਨਲ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ JP ਸਨੋਤਰਾ ਦੇ ਨਾਲ ਅੰਮ੍ਰਿਤਸਰ ਤੋਂ ਪ੍ਰਦੀਪ ਅਰੋੜਾ ਦੀ ਵਿਸ਼ੇਸ਼ ਰਿਪੋਰਟ।